ਤਾਂ ਮੁੱਦਾ ਸੁਲਝੇਗਾ ਕਿਵੇਂ? ਸਵਾਲ ਇੱਕੋ ਹੈ, ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਾਨੂੰਨ ਵਾਪਸ ਨਹੀਂ ਲੈਣੇ ਤੇ ਦੂਜੇ ਪਾਸੇ ਕਿਸਾਨ ਆਗੂ ਕਹਿ ਰਹੇ ਨੇ ਕਿ ਅਸੀਂ ਕਾਨੂੰਨ ਵਾਪਸ ਕਰਵਾ ਕੇ ਹੀ ਪੰਜਾਬ ਮੁੜਾਂਗੇ। ਇਸ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ, ਪਰ ਇਸ ਸਭ ਦੇ ਵਿਚਾਲੇ ਇਲਜ਼ਾਮ ਤਰਾਸ਼ੀਆਂ ਵੀ ਜਾਰੀ ਨੇ। ਖਾਸ ਤੌਰ ਤੇ ਜਿਸ ਤਰੀਕੇ ਨਾਲ ਹਰਜੀਤ ਗਰੇਵਾਲ ਹੋਣ ਜਾਂ ਫਿਰ ਸੁਰਜੀਤ ਜਿਆਣੀ ਹੋਣ, ਉਹ ਜ਼ਰੂਰ ਇਲਜ਼ਾਮ ਲਗਾ ਰਹੇ ਨੇ। ਇਲਜ਼ਾਮ ਇਹ ਹੋਣੇ ਕਿ ਜਿਹੜੇ ਕਿਸਾਨ ਆਗੂ 40 ਜਥੇਬੰਦੀਆਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਇਸ ਸਮੇਂ ਜੋ ਗੱਲਬਾਤ ਦੇ ਲਈ ਅੱਗੇ ਆਉਂਦੇ ਨੇ, ਉਹੀ ਮਸਲੇ ਨੂੰ ਹੱਲ ਨਹੀਂ ਹੋਣ ਦੇ ਰਹੇ। ਅਸੀਂ ਇਸ ਕਰਕੇ ਆਮੋ ਸਾਹਮਣੇ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕੋ ਟੇਬਲ ਦੇ ਉੱਤੇ ਇੱਕੋ ਪ੍ਰੋਗਰਾਮ ਦੇ ਵਿੱਚ ਬੈਠ ਕੇ ਗੱਲਬਾਤ ਹੋਵੇ ਤੇ ਉਸ ਦੇ ਜ਼ਰੀਏ ਪਤਾ ਲੱਗ ਸਕੇ ਕਿ ਦੋਵੇਂ ਧਿਰਾਂ ਕਹਿੰਦੀਆਂ ਕੀ ਨੇ, ਕੀ ਉਹਨਾਂ ਦੇ ਇਲਜ਼ਾਮ ਨੇ ਤੇ ਕੀ ਉਹਨਾਂ ਦੇ ਉੱਪਰ ਜਵਾਬ ਨੇ। ਅਸੀਂ ਇਸ ਚਰਚਾ ਦੇ ਵਿੱਚ ਨਾਲ ਜੋੜਾਂਗੇ ਹਰਜੀਤ ਸਿੰਘ ਗਰੇਵਾਲ ਨੂੰ, ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ, ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਹੋਣਗੇ। ਤੇ ਸਾਡੇ ਨਾਲ ਇਸ ਸਮੇਂ ਜੁੜ ਰਹੇ ਨੇ ਬਲਵੰਤ ਸਿੰਘ ਬਹਿਰਾਮ ਕੇ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਮੀ ਜਨਰਲ ਸਕੱਤਰ ਨੇ। ਬਲਵੰਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਕੁਝ ਹੀ ਪਲਾਂ ਦੇ ਵਿੱਚ ਹਰਜੀਤ ਗਰੇਵਾਲ ਸਾਡੇ ਨਾਲ ਹੋਣਗੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਨੂੰ ਅੱਗੇ ਤੋਰਾਂਗੇ। ਸ਼ੁਰੂਆਤ ਬਲਵੰਤ ਜੀ ਤੁਹਾਡੇ ਤੋਂ। ਜਿਹੜੇ ਇਲਜ਼ਾਮ ਲੱਗਦੇ ਨੇ ਉਹਨਾਂ ਦੇ ਉੱਤੇ ਪਹਿਲਾਂ ਤੁਹਾਡਾ ਇੱਕ ਜਵਾਬ। ਇਲਜ਼ਾਮ ਸੁਰਜੀਤ ਜਿਆਣੀ ਵੀ ਲਗਾਉਂਦੇ ਨੇ, ਇਲਜ਼ਾਮ ਹਰਜੀਤ ਗਰੇਵਾਲ ਵੀ ਲਗਾਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਤੁਸੀਂ ਤਾਂ 5 ਸਟਾਰ ਹੋਟਲਾਂ 'ਚ ਸੌਂਦੇ ਹੋ, ਤੁਸੀਂ ਟਰਾਲੀਆਂ 'ਚ ਨਹੀਂ ਸੌਂਦੇ। ਜਿਹੜੇ ਆਮ ਕਿਸਾਨ ਨੇ ਉਹ ਉੱਥੇ ਟਰਾਲੀਆਂ ਦੇ ਵਿੱਚ ਸੋ ਰਹੇ ਨੇ ਤੇ ਇਲਜ਼ਾਮ ਤਾਂ ਉਹਨਾਂ ਨੇ ਇੱਥੋਂ ਤੱਕ ਲਗਾ ਦਿੱਤੇ ਕਿ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਉਸ ਦੇ ਜ਼ਿੰਮੇਵਾਰ ਇਹ ਕਿਸਾਨ ਆਗੂ ਨੇ। ਜੀ ਦੇਖੋ ਮੈਂ ਉਹਦੇ ਉੱਤੇ ਪ੍ਰਤੀਕਰਮਾ ਆਪਦਾ ਦੇਣਾ ਚਾਹਣਾ ਵੀ ਅਸੀਂ 26-27 ਨਵੰਬਰ ਤੋਂ ਲੈ ਕੇ ਇੱਥੇ ਪਹੁੰਚੇ ਹੋਏ ਹਾਂ। ਅਸੀਂ ਅੱਜ ਤੱਕ ਵੀ ਕਿਸੇ ਕਮਰੇ ਵਿੱਚ ਨਹੀਂ ਸੁੱਤੇ, ਨਾ ਕਿਤੇ ਗਏ ਆ। ਇੱਥੇ ਸਾਡੇ ਕੋਲ ਟਰੱਕ ਖੜਾ, ਅਸੀਂ ਆਪਣੀ ਝੌਂਪੜੀ ਬਣਾਈ ਹੋਈ ਹੈ, ਉਸ ਝੌਂਪੜੀ ਵਿੱਚ ਸੌਂਦੇ ਆ। ਸਾਰੇ ਲੀਡਰ ਆਪੋ ਆਪਣੀਆਂ ਟਰਾਲੀਆਂ ਵਿੱਚ ਸੌਂਦੇ ਨੇ। ਅੱਜ ਤੱਕ ਗਰੇਵਾਲ ਸਾਹਿਬ ਜਾਂ ਜਿਆਣੀ ਸਾਹਿਬ ਇਹ ਦਿਖਾਉਣ, ਇੱਕ ਤੋਂ ਕੋਈ ਪਿਕਚਰ ਬਣਾਈ ਇਹਨਾਂ ਨੇ ਤਾਂ ਦਿਖਾਉਣ, ਕੋਈ ਗੱਲਬਾਤ ਕੀਤੀ ਹੈ ਤਾਂ ਦਿਖਾਉਣ। ਅਸੀਂ ਅੱਜ ਤੱਕ ਅਸੀਂ ਤਾਂ ਪੱਥਰਾਂ ਵਾਲੇ ਸੌਣ ਵਾਲੇ ਕਿਸਾਨ ਹੈਗੇ ਆ, ਅਸੀਂ ਉਹ ਲੀਡਰ ਹੈ ਨਹੀਂਗੇ। ਅਸੀਂ ਤਾਂ ਕਿਸਾਨਾਂ ਦੇ ਸੇਵਾਦਾਰ ਆ, ਸੇਵਾਦਾਰ ਬਣ ਕੇ ਸੇਵਾ ਕਰਦੇ ਪਏ ਆ। ਅਸੀਂ ਪੰਜਾਬ ਦੇ ਵਿੱਚੋਂ ਅੰਦੋਲਨ ਖੜਾ ਕਰਕੇ ਲਿਆਂਦਾ। ਅਸੀਂ ਇੱਥੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਬੈਠੇ ਆ। ਅਸੀਂ ਜਿੱਤ ਕੇ ਵਾਪਸ ਮੁੜਾਂਗੇ। ਜਾਣੀ ਜੋ ਮਰਜ਼ੀ ਕਰ ਲੈ, ਗਰੇਵਾਲ ਸਾਹਿਬ ਜੋ ਮਰਜ਼ੀ ਕਹਿ ਲੈਣ, ਭਾਵੇਂ ਅਸੀਂ ਕਿਤੇ ਰਹੀਏ, ਇਹਨਾਂ ਨੂੰ ਕੋਈ ਮਸਲਾ ਨਹੀਂ। ਇਹ ਸਾਡੇ ਕੋਲੋਂ ਉੱਥੋਂ ਬਾਹਰੋਂ ਪੰਜਾਬ ਦੇ ਵਿੱਚੋਂ ਇਲੈਕਸ਼ਨ ਜਿੱਤ ਕੇ ਉਹ ਲੋਕਾਂ ਨੂੰ ਲੁੱਟਦੇ ਨੇ, ਲੋਕਾਂ ਨੂੰ ਕੁੱਟਦੇ ਨੇ, ਉਹਨਾਂ ਦੇ ਪੈਸਿਆਂ ਤੇ ਐਸ਼ ਕਰਦੇ ਨੇ। ਅਸੀਂ ਸੇਵਾਦਾਰ ਆ, ਇੱਥੇ ਬੈਠ ਕੇ ਅਸੀਂ ਇਹਨਾਂ ਪੱਥਰਾਂ ਤੇ ਸੌਂਦੇ ਆ। ਨਹੀਂ ਬਲਵੰਤ ਜੀ ਦੱਸੋ, ਲੀਡਰ ਤੁਹਾਡੇ ਸਾਰੇ ਇੱਥੇ ਰਹਿੰਦੇ ਨੇ, ਲੋਕਾਂ ਤੱਕ ਪਹੁੰਚਣਾ ਚਾਹੀਦਾ ਕਿ ਪਿਛਲੇ 24 ਘੰਟਿਆਂ ਜਿਹੜੇ ਕੱਲ ਦੀ ਰਾਤ ਨਿਕਲੀ ਹੈ ਉਸ ਸਮੇਂ ਵੀ ਲੀਡਰ ਸਿੰਘੂ ਜਾਂ ਟਿੱਕਰੀ ਬਾਰਡਰ ਤੇ ਮੌਜੂਦ ਸੀ, ਕਿਉਂਕਿ ਗਰੇਵਾਲ ਇੱਥੋਂ ਤੱਕ ਕਹਿ ਗਏ, ਥੋੜੀ ਦੇਰ ਸਾਡੇ ਨਾਲ ਜੁੜਨਗੇ ਹੁਣ ਤਾਂ ਸਵਾਲ ਹੋਏਗਾ, ਉਹ ਇੱਥੋਂ ਤੱਕ ਕਹਿ ਗਏ ਕਿ 10-10 ਹਜ਼ਾਰ ਦੇ ਕਮਰੇ 'ਚ ਰਹਿੰਦੇ ਨੇ, ਮਤਲਬ ਇੱਕ ਦਿਨ ਦਾ ਕਿਰਾਇਆ 10 ਹਜ਼ਾਰ ਦਾ ਹੋਟਲ ਦਾ, ਤੇ ਉੱਥੇ ਇਹ ਰਹਿੰਦੇ ਨੇ। ਸਾਡੇ ਕੋਲ ਸਬੂਤ ਵੀ ਨੇ। ਬਿਲਕੁਲ ਝੂਠ ਮਾਰਦਾ ਜੀ ਗਰੇਵਾਲ, ਬਿਲਕੁਲ ਜਿਆਣੀ ਸਾਹਿਬ ਝੂਠ ਮਾਰਦੇ ਨੇ। ਇਹ ਪੰਜਾਬ 'ਚ ਜਾ ਕੇ ਪੰਜਾਬ ਦੇ ਪੁੱਤ ਬਣਦੇ ਨੇ ਔਰ ਦਿੱਲੀ ਦੀ ਧਰਤੀ ਆਣ ਕੇ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੁੱਤਰ ਬਣਦੇ ਨੇ। ਇਹ ਬਿਲਕੁਲ ਬੇਬੁਨਿਆਦ ਗੱਲਾਂ ਨੇ। ਅੱਜ ਵੀ 32 ਦੇ 32 ਕਿਸਾਨ ਜਥੇਬੰਦੀਆਂ ਦੇ ਆਗੂ ਸਟੇਜ ਤੋਂ ਲਾਈਵ ਹੋ ਕੇ ਕਿਹਾ ਵੀ ਤੁਹਾਡੇ ਪੰਜਾਬ ਦੇ ਵਿੱਚ ਜਿਹੜੇ ਆਗੂ ਹੈਗੇ ਨੇ ਉਹ ਸਾਨੂੰ ਭੱਦੀ ਸ਼ਬਦਾਵਲੀ ਵਰਤਦੇ ਨੇ। ਅਸੀਂ ਹੱਥ ਨਹੀਂ ਆਪਣੇ ਬੰਨੇ ਹੋਏ, ਅਸੀਂ ਆਪਦੇ ਮੂੰਹ ਨਹੀਂ ਬੰਦ ਰੱਖੇ ਹੋਏ। ਸਾਡੇ ਕੋਲ ਵੀ ਸਾਰਾ ਕੁਝ ਹੈਗਾ, ਪਰ ਅਸੀਂ ਇਸ ਅੰਦੋਲਨ ਨੂੰ ਸ਼ਾਂਤਮਈ ਰੱਖ ਕੇ ਚਲਾਉਣੇ ਪਿਆ। ਅਸੀਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ, ਇਹ ਜਿੰਨੇ ਮਰਜ਼ੀ ਸਾਡੇ ਤੇ ਇਲਜ਼ਾਮ ਲਾ ਲੈਣ। ਮੈਂ ਅਗਲੇ ਪੁਆਇੰਟ ਦੇ ਵੱਲ ਵਧਾਂ, ਪਰ ਬਲਵੰਤ ਜੀ ਦੇਖੋ ਇੱਕ ਸਵਾਲ ਇਹ ਵੀ ਹੈ, ਤੁਹਾਨੂੰ ਕੀ ਮਨਸ਼ਾ ਨਜ਼ਰ ਆਉਂਦੀ ਹੈ ਬੀਜੇਪੀ ਦੇ? ਕਿਉਂਕਿ ਇਹ ਲੀਡਰ ਤਾਂ ਲਗਾਤਾਰ ਵੱਖ-ਵੱਖ ਮੰਤਰੀਆਂ ਦੇ ਨਾਲ ਗੱਲਬਾਤ ਕਰਦੇ ਨੇ। ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰ ਲਈ ਸੁਰਜੀਤ ਜਿਆਣੀ ਤੇ ਹਰਜੀਤ ਗਰੇਵਾਲ ਨੇ, ਉਹਨਾਂ ਨੇ ਗੱਲਬਾਤ ਰੱਖਿਆ ਮੰਤਰੀ, ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ, 24-48 ਘੰਟਿਆਂ ਦੇ ਸਾਰਿਆਂ ਨੂੰ ਮਿਲਿਆ ਹੈ ਕਿ ਪੂਰਾ ਮਸਲਾ ਅਸੀਂ ਹੱਲ ਕਰਵਾ ਦਈਏ। ਕਿਉਂ ਕਹਿਣਗੇ ਇਹ ਜਿਹੀਆਂ ਗੱਲਾਂ? ਕੀ ਮਨਸ਼ਾ ਤੁਹਾਨੂੰ ਨਜ਼ਰ ਆਉਂਦੀ ਹੈ? ਦੇਖੋ ਜੀ, ਇਹਨਾਂ ਦੇ ਮਿਲਣ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਸਾਡਾ। ਇਹ ਬਿਲਕੁਲ ਸਾਡੇ ਕੋਲ ਹੋਰ ਗੱਲਾਂ ਕਰਦੇ ਨੇ। ਜਾਣੀ ਸਾਹਿਬ ਦੇ ਪਹਿਲਾਂ ਕੀ ਬਿਆਨ ਹੈਗੇ ਸੀ, ਗਰੇਵਾਲ ਸਾਹਿਬ ਦੇ ਪਹਿਲਾਂ ਕੀ ਬਿਆਨ ਸੀਗੇ, ਹੁਣ ਇਹ ਪਲਟਵਾਰ ਕਰਦੇ ਪਏ ਨੇ ਸਾਡੇ ਕਿਸਾਨਾਂ ਦੇ ਉੱਪਰ ਔਰ ਸਾਡੀ ਕਿਸਾਨੀ ਦੇ ਉੱਪਰ। ਇਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ। ਪਹਿਲਾਂ ਗਰੇਵਾਲ ਇਹ ਗੱਲ ਕਹਿੰਦਾ ਸੀ, ਮੈਂ ਪੰਜਾਬ ਵਿੱਚ ਆਵਾਂਗਾ, ਮੈਨੂੰ ਹੱਥ ਲਾ ਕੇ ਦਿਖਾਓ। 3 ਦਸੰਬਰ ਨੂੰ ਜਾਣੀ ਦੇ ਕੋਲ ਗਰੇਵਾਲ ਬੈਠਾ ਸੀਗਾ। ਮੈਂ ਕਿਹਾ ਇੱਥੇ ਗਰੇਵਾਲ ਕਿਹੜਾ? ਕਹਿੰਦਾ ਮੈਂ ਆ। ਮੈਨੂੰ ਕਹਿੰਦਾ ਵੀ ਤੁਸੀਂ ਕਿੱਥੋਂ? ਮੈਂ ਪੰਜਾਬ ਦੀ ਧਰਤੀ ਤੋਂ, ਜ਼ਿਲ੍ਹਾ ਮੇਰਾ ਮੋਗਾ, ਪਿੰਡ ਮੇਰਾ ਬਹਿਰਾਮਕੇ ਆ। ਤੂੰ ਕਹਿੰਦਾ ਸੀ ਮੈਂ ਉੱਥੇ ਪੰਜਾਬ ਆਵਾਂਗਾ। ਆ ਤੁਰ, ਤੂੰ ਵੀ ਮਾਂ ਦਾ ਦੁੱਧ ਪੀਤਾ ਹੈ, ਮੈਂ ਵੀ ਮਾਂ ਦਾ ਦੁੱਧ ਪੀਤਾ ਹੈ। ਜੇ ਪੰਜਾਬ ਆ ਤੈਨੂੰ ਮੈਂ ਦੱਸਾਂਗਾ ਪੰਜਾਬ ਵਿੱਚ ਆਣ ਕੇ ਤੂੰ ਸਾਡੇ ਨਾਲ ਕਿਵੇਂ ਵਿਤਕਰਾ ਕਰਦਾ। ਇਹ ਮੇਰੀਆਂ ਗੱਲਾਂ ਵਿਗਿਆਨ ਭਵਨ ਦੇ ਵਿੱਚ ਹੋਈਆਂ ਜੀ।
नहीं वो इस दे उत्ते भी इतराज जता रहे हैं, कहते कि देखो ਅਸੀਂ ਸ਼ਾਂਤਮਈ ਹਰ ਗੱਲਬਾਤ ਕਰ ਰਹੇ ਹਾਂ, ਪਰ ਬੀਜੇਪੀ ਦੇ ਆਗੂਆਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਤੇ ਲੱਗੇ ਹੋਏ ਨੇ ਧਰਨੇ। ਉਸ ਦੇ ਉੱਤੇ ਵੀ ਉਹਨਾਂ ਨੇ ਇਤਰਾਜ਼ ਜਤਾਇਆ। ਜਾਨੀ ਸਾਹਿਬ ਸਾਡੇ ਨਾਲ ਥੋੜੀ ਦੇਰ ਪਹਿਲਾਂ ਜੁੜੇ ਸੀ, ਉਹ ਇਸ ਗੱਲ ਦਾ ਜ਼ਿਕਰ ਕਰਕੇ ਗਏ। ਦੇਖੋ ਅਸੀਂ ਜਿਹੜੇ ਸ਼ਾਂਤਮਈ ਜਿਹੜੇ ਸਾਡੇ ਅੰਦੋਲਨ ਚੱਲਦੇ ਪਏ ਨੇ, ਬੀਜੇਪੀ ਆਗੂਆਂ ਦੇ ਘਰਾਂ ਦੇ ਅੱਗੇ ਸਾਡੇ ਕੋਈ ਉਹਨਾਂ ਨਾਲ ਕੋਈ ਇਹੋ ਜਿਹਾ ਵੈਰ ਵਿਰੋਧ ਨਹੀਂ। ਉਹ ਆਪਦਾ ਬੱਚੇ ਲੈ ਕੇ ਬਾਹਰ ਜਾਣ, ਜਿੱਥੇ ਮਰਜ਼ੀ ਜਾਣ, ਅਸੀਂ ਉਹਨਾਂ ਦਾ ਵਿਰੋਧ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਣਾ ਹੈਗਾ। ਜੀ ਠੀਕ ਹੈ, ਬਲਵੰਤ ਜੀ ਸਾਡੇ ਨਾਲ ਜੁੜੇ ਰਹੋ, ਤੁਸੀਂ ਤੁਹਾਡੇ ਨਾਲ ਗੱਲਬਾਤ ਨੂੰ ਅੱਗੇ ਵਧਾਵਾਂਗੇ। ਇਸ ਵਿਚਾਲੇ ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਜੀ ਜੁੜ ਚੁੱਕੇ ਨੇ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਦੇਖੋ ਜਿਹੜੇ ਤੁਸੀਂ ਇਲਜ਼ਾਮ ਲਗਾਏ ਉਹਨਾਂ ਦੀ ਬਹੁਤ ਚਰਚਾ ਹੈ ਇਸ ਸਮੇਂ। ਤੁਸੀਂ ਕਹਿ ਰਹੇ ਹੋ ਕਿ ਇਹ ਹੋਟਲਾਂ ਦੇ ਵਿੱਚ ਜਾ ਕੇ ਸੁਣਦੇ ਨੇ ਕਿਸਾਨ ਆਗੂ, ਤੇ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਦੇ ਆਗੂ ਕਹਿ ਰਹੇ ਨੇ ਕਿ ਇਸ ਦੇ ਵਿੱਚ ਕੋਈ ਸੱਚਾਈ ਨਹੀਂ, ਇਹ ਝੂਠ ਬੋਲਣ ਦੇ ਇਲਜ਼ਾਮ ਨੇ ਤੁਹਾਡੇ ਉੱਤੇ। ਉਹਦੇ ਸਬੂਤ ਵੀ ਦੇ ਦੇਵਾਂਗੇ ਜੇ ਅਸੀਂ ਕਿਹਾ ਤਾਂ ਇਦਾਂ ਨਹੀਂ ਕਿਹਾ ਹੈਗਾ, ਕਿਉਂਕਿ ਕਿਸਾਨਾਂ ਨੂੰ ਆਮ ਕਿਸਾਨਾਂ ਨੂੰ ਸੜਕਾਂ ਤੇ ਬਿਠਾਉਣਾ, ਬੱਚੇ ਮਹਿਲਾਵਾਂ ਬਜ਼ੁਰਗਾਂ ਨੂੰ, ਔਰ ਸਾਰੀਆਂ ਗੱਲਾਂ ਮੰਨੀਆਂ ਜਾਣ ਤੋਂ ਬਾਅਦ ਉਸ ਅੰਦੋਲਨ ਨੂੰ ਲੰਬਾ ਕਰਨਾ, ਇਹਦੇ ਪਿੱਛੇ ਕੀ ਸਾਜ਼ਿਸ਼ ਹੈ। ਔਰ ਇਹ ਜਿਹੜੇ ਮਾਓਵਾਦੀ ਔਰ ਜਿਹੜੇ ਕਮਿਊਨਿਸਟ ਔਰ ਜਿਹੜੇ ਲੋਕ ਜੋਗਿੰਦਰ ਯਾਦਵ, ਇਹ ਕਿਹੜੇ ਕਿਸਾਨ ਲੀਡਰ ਨੇ ਜੀ? ਇਹਨਾਂ ਦਾ ਇਹ ਤਾਂ ਆਪਦੀਆਂ ਪਾਰਟੀਆਂ ਦੇ ਹਿੱਤ ਸਾਧਦੇ ਆ, ਆਪਦੇ ਸੰਗਠਨਾਂ ਦੇ ਹਿੱਤ ਸਾਧਦੇ ਆ। ਕਿਸਾਨ ਦੀ ਤਾਂ ਚਿੰਤਾ ਹੀ ਨਹੀਂ ਕੋਈ। ਜੇ ਕਿਸਾਨ ਦੀ ਚਿੰਤਾ ਹੋਵੇ ਤਾਂ ਗੱਲਬਾਤ ਕਰਕੇ ਨਿਪਟਾ ਕੇ ਉਹਨੂੰ ਸੜਕ ਤੋਂ ਉਠਾਉਣ। ਕੋਈ ਐਸੀ ਗੱਲ ਹੀ ਨਹੀਂ ਹੈ। ਜਿਹੜੀਆਂ ਗੱਲਾਂ ਤੇ ਪਹਿਲਾਂ ਮੰਨੇ ਨੇ ਉਹ ਗੱਲਾਂ ਤੋਂ ਵੀ ਮੁੱਕਰ ਰਹੇ ਨੇ ਇਸ ਵੇਲੇ। ਔਰ ਅਸੀਂ ਉਹ ਕਾਨੂੰਨ ਜੇ ਮਾੜੇ ਹੁੰਦੇ ਤਾਂ ਉਹਦੇ ਚੋਂ ਕੁਝ ਕਾਂਟ ਛਾਟ ਕਰਦੇ। ਕਾਂਟ ਛਾਟ ਨਹੀਂ ਹੋਈ। ਇਹਨਾਂ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਮੰਗੀਆਂ ਉਹ ਜੋੜੀਆਂ ਗਈਆਂ ਨੇ, ਉਹਦੇ 'ਚ ਕੁਝ ਬਦਲਿਆ ਨਹੀਂ ਗਿਆ ਜੀ। ਔਰ ਜੋੜਨ ਤੋਂ ਬਾਅਦ ਇਹ ਸਾਰਾ ਕੁਝ ਮੰਨਦੇ ਆ। ਮੈਂ ਕਾਨੂੰਨਾਂ ਵਾਲੇ ਇਸ਼ੂ ਦੇ ਉੱਤੇ ਮੈਂ ਕਾਨੂੰਨਾਂ ਵਾਲੇ ਪੁਆਇੰਟ ਦੇ ਉੱਤੇ ਆਵਾਂਗਾ ਗਰੇਵਾਲ ਸਾਹਿਬ। ਬਲਵੰਤ ਜੀ ਦਾ ਇੱਕ ਰਿਐਕਸ਼ਨ ਲੈਣਾ। ਬਲਵੰਤ ਜੀ ਦੇਖੋ ਉਹ ਇਲਜ਼ਾਮ ਆ ਗਏ ਨਾ ਤੁਹਾਡੇ ਉੱਤੇ ਕਿ ਤੁਹਾਨੂੰ ਕਿਸਾਨਾਂ ਦੀ ਕੋਈ ਚਿੰਤਾ ਨਹੀਂ, ਜਿਹੜੇ ਬਜ਼ੁਰਗ ਬੈਠੇ ਹੋਏ ਨੇ ਸੜਕਾਂ ਦੇ ਉੱਤੇ, ਜਿਹੜੇ ਠੰਡੀਆਂ ਰਾਤਾਂ ਦੇ ਬਾਹਰ, ਮਸਲਾ ਹੱਲ ਹੋ ਸਕਦਾ ਹੈ ਪਰ ਕਿਸਾਨ ਜਥੇਬੰਦੀਆਂ ਨਹੀਂ ਚਾਹੁੰਦੀਆਂ। ਦੇਖੋ ਜੇ ਚਿੰਤਾ ਗਰੇਵਾਲ ਸਾਹਿਬ ਰੱਖਦੇ ਨੇ, ਜੇ ਚਿੰਤਾ ਦੇਸ਼ ਦਾ ਪ੍ਰਧਾਨ ਮੰਤਰੀ ਰੱਖਦਾ ਹੈ ਤੇ ਇਸ ਸਟੇਜ ਤੇ ਆਣ ਕੇ ਐਲਾਨ ਕਰਨ, ਅਸੀਂ ਉੱਥੇ ਖੜ ਕੇ ਸੁਣਾਂਗੇ ਵੀ ਇਹ ਕੀ ਕਹਿੰਦੇ ਨੇ। ਇਹ ਉੱਥੇ ਬੈਠ ਕੇ ਕੋਠੀਆਂ ਵਿੱਚ ਗੱਲਾਂ ਕਰਦੇ ਨੇ, ਅਸੀਂ ਸੜਕਾਂ ਤੇ ਬੈਠੇ ਹੋਏ ਆ, ਨਿਰੰਤਰ ਜਾਰੀ ਬੈਠੇ ਰਹਾਂਗੇ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ। ਇਹ ਕਾਨੂੰਨ ਸਾਡੇ ਵਾਸਤੇ ਮੌਤ ਦਾ ਵਾਰੰਟ ਨੇ, ਸਾਡੇ ਬੱਚੇ ਦਾ ਭਵਿੱਖ ਖਰਾਬ ਕਰਨਗੇ। ਇਹ ਲੋਕ ਆਪਣੇ ਤੇ ਅਪਣਾ ਕੇ ਦੇਖਣ, ਜਿਹੜੇ ਲੋਕ ਸਾਨੂੰ ਕਿਸਾਨਾਂ ਨੂੰ ਝੂਠਾ ਚਲਾਉਂਦੇ ਨੇ। ਕੱਲ ਵੀ ਮੀਟਿੰਗ ਹੋਈ ਆ ਤੋਮਰ ਜੀ ਨਾਲ, ਪੀਯੂਸ਼ ਗੋਇਲ ਜੀ ਬੈਠੇ ਸੀਗੇ, ਸੋਮਪ੍ਰਕਾਸ਼ ਜੀ ਬੈਠੇ ਸੀਗੇ, ਲਾਜਵਾਬ ਕਰਕੇ ਥੱਲੇ ਉਤਰੇ ਨੇ। ਸਰਕਾਰ ਕੱਲ ਭੱਜੀ ਹੈ ਸਾਡੇ ਸਵਾਲਾਂ ਤੋਂ, ਅਸੀਂ ਇਹ ਸਾਬਤ ਕਰ ਸਕਦੇ ਇਸ ਗੱਲ ਦਾ। ਜੀ ਗਰੇਵਾਲ ਸਾਹਿਬ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜੇਕਰ ਉਹਨਾਂ ਤੱਕ ਆਵਾਜ਼ ਕਿਉਂ ਨਹੀਂ ਪਹੁੰਚ ਰਹੀ ਦੇਖਿਆ ਜਾਵੇ। ਗਰੇਵਾਲ ਸਾਹਿਬ ਉਹ ਇਲਜ਼ਾਮ ਇਹੀ ਲਗਾ ਰਹੇ ਨੇ, ਮੈਂ ਉਹਨਾਂ ਦੇ ਬਿਆਨ ਤੁਹਾਡੇ ਤੱਕ ਪਹੁੰਚਾ ਦੇਣਾ ਹੈ। ਇੱਕ ਤਾਂ ਉਹ ਕਹਿ ਰਹੇ ਨੇ ਕਿ ਜੇਕਰ ਤੁਹਾਨੂੰ ਚਿੰਤਾ ਤਾਂ ਫਿਰ ਕਾਨੂੰਨ ਰੱਦ ਕਰ ਦਿਓ ਨਾ। ਕਾਨੂੰਨ ਰੱਦ ਕਰਨ ਦੀ ਮੰਗ ਹੈ, ਸਾਡੇ ਕਾਨੂੰਨ ਰੱਦ ਜਿਹੜੀ ਮੰਗ ਹੈ ਉਸ ਨੂੰ ਮੰਨ ਲਓ, ਕਾਨੂੰਨ ਰੱਦ ਕਰ ਦਿਓ, ਅਸੀਂ ਚਲੇ ਜਾਣਾ। ਤੁਹਾਨੂੰ ਜੇ ਕੋਈ ਲੱਗਦਾ ਕਿ ਇਹ ਮਫਾਦ ਖੱਟਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਨਾ ਖੱਟਣ ਦਿਓ। ਗੱਲ ਇਹ ਆ ਕਿ ਜੋ ਗੱਲ ਇਹ ਕਹਿਣਗੇ ਹਰ ਗੱਲ ਇਹਨਾਂ ਦੀ ਠੀਕ ਨਹੀਂ ਹੈ। ਔਰ ਜੋ ਕਾਨੂੰਨਾਂ ਦੇ ਵਿੱਚ ਜੋ ਤਰਮੀਮ ਕਰਨ ਦੀ ਜ਼ਰੂਰਤ, ਜੋੜਨ ਦੀ ਜ਼ਰੂਰਤ ਸੀ, ਉਹ ਅਸੀਂ ਜੋੜ ਦਿੱਤਾ। ਔਰ ਉਸ ਤੋਂ ਬਾਅਦ ਵੀ ਇਹਨਾਂ ਨੂੰ ਕਿਹਾ ਕਿ ਜੋ ਕੋਈ ਹੋਰ ਖਦਸ਼ਾ ਹੈਗਾ ਉਹ ਵੀ ਤੁਹਾਡਾ ਦੂਰ ਕਰਦੇ ਆ। ਤੇ ਕਾਨੂੰਨ ਰੱਦ ਕਰਨਾ ਫਿਰ ਵਿੱਚ ਇੱਕ ਬੰਦਾ ਤਾਂ ਇਹਨਾਂ 'ਚ ਇੰਨੀ ਕੁ ਬੁੱਧੀ ਦੇ ਮਾਲਿਕ ਨੇ, ਜਿੱਤਾਂਗੇ ਜਾਂ ਮਰਾਂਗੇ ਉਹ ਤਖਤੀ ਦਿਖਾਉਣੀ ਸ਼ੁਰੂ ਕਰਤੀ। ਇਹ ਕੀ ਗੱਲ ਹੋਈ? ਕੋਈ ਯੁੱਧ ਲੜ ਰਹੇ ਆ ਅਸੀਂ? ਬਈ ਸਰਕਾਰ ਵੀ ਕਿਸਾਨ ਦੀ ਹੈ, ਕਿਸਾਨ ਵੀ ਸਰਕਾਰ ਦੇ ਆ, ਭਾਰਤ ਸਰਕਾਰ ਹੈ, ਕੋਈ ਦੂਸਰੀ ਕੋਈ ਕਿਸੇ ਜਗ੍ਹਾ ਦੀ ਥੋੜਾ ਸਰਕਾਰ ਹੈਗੀ ਆ। ਇਸ ਲਈ ਇਹ ਜਿਹੜੀਆਂ ਗੱਲਾਂ ਕਰਦੇ ਨੇ, ਯੁੱਧ ਤਾਂ ਚਾਈਨਾ ਦੇ ਨਾਲ ਕਰਨਾ, ਉਹਦੇ 'ਚ ਮਾਓਵਾਦੀਆਂ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਮਿਊਨਿਸਟਾਂ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਤੇ ਉੱਥੇ ਜਿੱਤਾਂਗੇ ਜਾਂ ਮਰਾਂਗੇ ਦੀ ਗੱਲ ਹੋਏਗੀ। ਇਹ ਬਾਕੀ ਜਗ੍ਹਾ ਤਾਂ ਅਸੀਂ ਇੱਕ ਦੂਜੇ ਦੇ ਪੂਰਕ ਹੈਗੇ ਆ। ਕਿਸਾਨ ਸਰਕਾਰ ਦੇ ਸਲੋਗਨ ਤੇ ਇਤਰਾਜ਼ ਹੈ, ਸਰਕਾਰ ਕਿਸਾਨ ਦੇ ਪੂਰਕ ਆ। ਜੀ ਬਲਵੰਤ ਜੀ ਜੇਕਰ ਗਰੇਵਾਲ ਇਹ ਗੱਲ ਕਹਿੰਦਾ ਵੀ ਬਿਲਕੁਲ ਇਹਨਾਂ ਚਿੰਤਾ ਦੀ ਪਹਿਲਾਂ ਗੱਲ ਕੀਤੀ ਹੈਗੀ, ਅਸੀਂ ਚਿੰਤਾ ਰੱਖ ਕੇ ਤੁਰੇ ਹੋਏ ਆ, ਇਹ ਬਿਲਕੁਲ ਬੇਬੁਨਿਆਦ ਗੱਲਾਂ ਨੇ। ਜੇ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਨੀ ਆ ਤੇ ਯੂਪੀ ਦੇ ਬਿਹਾਰ ਦਾ ਮਾਡਲ ਦੇਖੋ। 1870 ਰੁਪਏ ਮੱਕੀ ਦਾ ਰੇਟ ਸੀਗਾ। ਗਰੇਵਾਲ ਸਾਹਿਬ ਇੱਧਰ ਦੇਖੋ, ਬਿਲਕੁਲ ਇੱਧਰ ਦੇਖੋ 620 ਰੁਪਏ ਮੱਕੀ ਵਿਕੀ ਏ। ਤੁਸੀਂ ਸੁੱਤੇ ਸੀ? ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ, ਤੁਸੀਂ ਉਦੋਂ ਸੁੱਤੇ ਹੋਏ ਸੀਗੇ। ਸਾਡੀ ਧਿਆਨ ਨਾਲ ਗੱਲ ਸੁਣੋ। ਬਿਲਕੁਲ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਜਿਹੜੇ ਗਰੇਵਾਲ
ਇਹ ਤਾਂ ਬਿਲਕੁਲ ਝੂਠ ਮਾਰਦਾ, ਝੂਠਾ ਦਾ ਪਲੰਦਾ ਇਹਦੇ ਕੋਲ। ਹੁਣ ਤੱਕ ਇਹਨੇ ਝੂਠ ਮਾਰੇ ਨੇ, ਜਿੰਨੇ ਮਾਰੇ ਨੇ, ਇੱਕ ਵੀ ਸੱਚ ਨਹੀਂ ਬੋਲਿਆ। ਮੇਰੇ ਸਾਹਮਣੇ ਆਣ ਕੇ ਬੈਠ ਕੇ ਗੱਲ ਕਰੇ ਜੇ ਸੱਚ ਦੀ ਗੱਲ ਹੈ। ਇਹ ਗੱਲ ਕਹਿੰਦੇ ਨੇ ਕਾਨੂੰਨਾਂ ਦੀ, ਜੇ ਕਹਿੰਦੇ ਨੇ ਕਾਨੂੰਨ ਉਪਜ ਵਾਸਤੇ ਨੇ, ਕਾਨੂੰਨ ਵਾਧੇ ਵਾਸਤੇ ਨੇ, ਤੇ ਇਹ ਇੱਥੇ ਆਣ ਕੇ ਗੱਲ ਕਰਨ ਸਟੇਜ ਦੇ ਉੱਪਰ, ਫਿਰ ਲੋਕ ਦੱਸਣਗੇ ਵੀ ਕਾਨੂੰਨ ਫਾਇਦੇ ਵਾਸਤੇ ਨੇ ਕਿ ਕਾਨੂੰਨ ਕਿਸਾਨ ਦੇ ਨੁਕਸਾਨ ਵਾਸਤੇ ਨੇ। ਗਰੇਵਾਲ ਸਾਹਿਬ ਉਹਦੇ ਨਾਲ ਸਾਡੇ ਨਾਲ ਬੈਠੇ ਹੋਏ ਨੇ, ਗਰੇਵਾਲ ਸਾਹਿਬ ਨਾਲ ਹੀ ਗੱਲ ਹੋ ਰਹੀ ਹੈ। ਗਰੇਵਾਲ ਸਾਹਿਬ ਜਵਾਬ ਦੇਣਾ ਚਾਹੋਗੇ? ਦੇਖੋ ਗੱਲ ਇਹ ਹੈ ਕਿ ਜਿਹੜਾ ਇਹ ਕਹਿੰਦੇ ਆ ਸਾਨੂੰ, ਮੈਂ ਇਹਨਾਂ ਕੋਲ ਕੋਈ ਗੱਲ ਝੂਠ ਨਹੀਂ ਬੋਲ ਰਹੀ। ਮੇਰੇ ਇਹ ਕਿਉਂ ਖਿਲਾਫ ਨੇ ਮੈਂ ਦੱਸਦਾ। ਇਹ ਸੱਚੀ ਗੱਲ ਸੁਣਨਾ ਨਹੀਂ ਚਾਹੁੰਦੇ। ਇਹਨਾਂ ਨੂੰ ਪਹਿਲੇ ਦਿਨ ਹੀ ਮੈਂ ਸਰਕਾਰ ਦਾ ਪੱਖ ਦੱਸਿਆ ਸੀ, ਕੋਈ ਮੈਂ ਨਹੀਂ ਕਹਿ ਰਿਹਾ ਗੱਲ। ਸਰਕਾਰ ਦਾ ਇਹ ਪੱਖ ਆ ਕਿ ਕਾਨੂੰਨ ਰੱਦ ਨਹੀਂ ਹੋਣਗੇ। ਸਰਕਾਰ, ਹੁਣ ਮਿਨਿਸਟਰਾਂ ਨੇ ਵੀ ਕਹਿਤਾ, ਸਭ ਨੇ ਕਹਿਤਾ, ਤੇ ਮੈਂ ਇੰਨੀ ਗੱਲ ਕਹੀ ਤਾਂ ਇਹਨਾਂ ਨੇ ਮੇਰੇ ਪੁਤਲੇ ਜਲਾਉਣੇ ਸ਼ੁਰੂ ਕਰਤੇ, ਤੇ ਇਹਨਾਂ ਨੇ ਪਤਾ ਨਹੀਂ ਕੀ ਕੀ ਮੇਰੇ ਖਿਲਾਫ ਕਰਨਾ ਸ਼ੁਰੂ ਕਰਤਾ। ਤੇ ਇਹ ਕੋਈ ਅੱਛੀਆਂ ਗੱਲਾਂ ਨੇ? ਹਿਊਮਨ ਰਾਈਟਸ ਦੀ ਵਾਇਓਲੇਸ਼ਨ ਇਹ ਕਰਦੇ ਆ, ਸਾਡੇ ਵਰਕਰਾਂ ਤੇ ਜ਼ੁਲਮ ਕਰਦੇ ਆ। ਉਸ ਗੱਲ ਦੀ ਜਦੋਂ ਇਹਨਾਂ ਤੇ ਕੋਈ ਪਾਣੀ ਦੀ ਵਿਸ਼ਾਰ ਹੁੰਦੀ ਆ ਤਾਂ ਇਹ ਰੋਂਦੇ ਆ ਕਿ ਪਾਣੀ ਦੀ ਵਿਸ਼ਾਰ ਹੋ ਗਈ। ਜਦੋਂ ਸਾਡੇ ਵਰਕਰਾਂ ਦੇ ਘਰ ਬੰਦ ਕਰ ਰੱਖੇ ਆ, ਉਹਨਾਂ ਦੇ ਕੰਮ ਬੰਦ ਕਰ ਰੱਖੇ ਆ, ਉਹਨਾਂ ਦੀਆਂ ਦੁਕਾਨਾਂ ਬੰਦ ਕਰ ਰੱਖੀਆਂ ਨੇ, ਉਹਨਾਂ ਨੂੰ ਧਮਕਾਇਆ ਜਾ ਰਿਹਾ ਕਿ ਬੀਜੇਪੀ ਛੱਡੋ, ਇਹ ਕੋਈ ਅੱਛੀ ਗੱਲ ਆ? ਇਹ ਕੋਈ ਇਹ ਜਿਹੜੇ ਲੋਕ ਕਿਸਾਨ ਦੇ ਨਾਮ ਤੇ ਕੰਮ ਕਰਦੇ ਆ ਉਹਨਾਂ ਨੂੰ ਰੋਕਣਾ? ਬਲਵੰਤ ਜੀ ਤੁਸੀਂ ਜਵਾਬ ਦੇ ਸਕਦੇ ਹੋ। ਬਲਵੰਤ ਜੀ ਕੀ ਮੈਂ ਜਵਾਬ ਦੇ ਸਕਦੇ ਹੋ? ਬਿਲਕੁਲ ਝੂਠ ਮਾਰਦੇ ਨੇ, ਬਿਲਕੁਲ ਝੂਠ ਮਾਰਦੇ ਨੇ। ਨਾ ਸਾਡੇ ਤੇ ਵਿਛਾੜਾ ਪਿਆ, ਅਸੀਂ ਰੋਏ ਆ। ਰੋਂਦੇ ਤਾਂ ਇਹ ਲੋਕ ਨੇ, ਅਸੀਂ ਤਾਂ ਅੱਜ ਤੱਕ ਨਹੀਂ ਰੋਏ। ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਆ, ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪੁੱਤਰ ਆ, ਜਿਨ੍ਹਾਂ ਨੇ ਤਤੀ ਤਵੀ ਤੇ ਬਹਿ ਕੇ ਵੀ ਸ਼ਾਂਤੀ ਦਾ ਪੁਜਾਰੀ ਬਣ ਕੇ ਰਹੇ ਨੇ। ਅਸੀਂ ਸ਼ਾਂਤੀ ਨਾਲ ਇੱਥੇ ਬੈਠੇ ਹੋਏ ਆ। ਇਹਨਾਂ ਨੇ ਪਟੀਸ਼ਨ ਦਾਇਰ ਕਰਕੇ ਵੀ ਦੇਖ ਲਈ, ਔਰ ਸੁਪਰੀਮ ਕੋਰਟ ਨੇ ਇਹਨਾਂ ਦੇ ਸਰਕਾਰ ਦੇ ਮੂੰਹ ਦੇ ਉੱਪਰ ਕਰਾਰੀ ਚਪੇੜ ਮਾਰੀ ਵੀ ਕਿਸਾਨ ਆਪਣੇ ਹੱਕ ਲੈਣ ਵਾਸਤੇ ਆਏ ਨੇ, ਅਸੀਂ ਇਹਨਾਂ ਨੂੰ ਰੋਡਾਂ ਨੂੰ ਖਾਲੀ ਨਹੀਂ ਕਰਵਾ ਸਕਦੇ। ਗਰੇਵਾਲ ਇੱਕ ਵੀ ਸੱਚ ਦੱਸਣ ਵੀ ਕਿੱਦਣ ਇਹਨਾਂ ਨੇ ਸੱਚ ਬੋਲਿਆ। ਸਾਰੇ ਝੂਠਾਂ ਦਾ ਪਲੰਦਾ। ਇਹ ਆਉਣ ਵਾਲਾ 2022 ਦੇ ਇਲੈਕਸ਼ਨ ਨੂੰ ਦੇਖ ਰਹੇ ਨੇ ਵੀ ਸਾਨੂੰ ਕਿਤੋਂ ਸੀਟ ਮਿਲੇਗੀ। ਕਿਹੜਾ ਝੂਠ ਤੁਸੀਂ ਦੱਸੋ ਨਾ, ਆਪਾਂ ਹੁਣੀ ਜਵਾਬ ਲੈ ਲੈਣਾ। ਪੰਜਾਬ ਦੇ ਵਿੱਚ ਬਲਵੰਤ ਜੀ ਦੱਸੋ ਕਿਹੜਾ ਝੂਠ ਬੋਲਿਆ, ਆਪਾਂ ਹੁਣੀ ਜਵਾਬ ਲੈ ਲੈਣਾ। ਤੁਹਾਡੇ ਨਾਲ ਬੈਠੇ ਦੱਸੋ ਕਿਹੜਾ ਝੂਠ ਬੋਲਿਆ, ਆਪਾਂ ਹੁਣੀ ਜਵਾਬ ਲਵਾਂਗੇ। ਬਿਲਕੁਲ ਇਹਨਾਂ ਨੇ ਝੂਠ ਬੋਲਿਆ, ਇਹਨਾਂ ਨੇ ਸਾਰੇ ਹੀ ਝੂਠ ਬੋਲੇ ਨੇ ਵੀ ਇਹ ਕਮਰਿਆਂ ਵਿੱਚ ਰਹਿੰਦੇ ਨੇ, ਇਹ 10-10 ਹਜ਼ਾਰ ਰੁਪਈਆ ਲਾਉਂਦੇ ਨੇ, ਉੱਥੇ ਕਿਰਾਇਆ ਦਿੰਦੇ ਨੇ। ਇਹ ਗਰੇਵਾਲ ਸਾਬਤ ਕਰਕੇ ਦਿਖਾਉਣ, ਅਸੀਂ ਅੰਦੋਲਨ ਛੱਡ ਦਿਆਂਗੇ। ਸਾਬਤ ਕਰਨ ਪਹਿਲਾਂ ਝੂਠ ਇਸ ਗੱਲ ਦਾ। ਗਰੇਵਾਲ ਸਾਹਿਬ ਚੈਲੰਜ ਹੋ ਰਿਹਾ ਤੁਹਾਨੂੰ, ਗਰੇਵਾਲ ਸਾਹਿਬ ਚੈਲੰਜ ਹੋ ਰਿਹਾ, ਸਾਬਤ ਕਰਕੇ ਦਿਖਾਓ ਕਿ 10,000 ਵਾਲੇ ਕਮਰੇ 'ਚ ਰਹਿੰਦੇ ਨੇ। ਇੱਕ ਮਿੰਟ ਠੀਕ ਹੈ, ਕੰਪਲੀਟ ਕਰ ਲਓ ਤੁਸੀਂ। ਜੀ ਬਲਵੰਤ ਜੀ ਇੱਕ ਮਿੰਟ ਭਾਈ ਸਾਹਿਬ, ਇੱਕ ਮਿੰਟ ਤੁਸੀਂ ਮੈਨੂੰ ਇੱਕ ਦੱਸੋ, ਜੀ ਇਹ ਸਾਬਤ ਕਰ ਦੇਣ। ਬਲਵੰਤ ਜੀ ਕਰ ਲਓ, ਕੰਪਲੀਟ ਕਰ ਲਓ ਤੁਸੀਂ। ਜੀ ਇਹ ਸਾਬਤ ਕਰਨ ਵੀ ਕਿੱਥੇ ਅਸੀਂ ਹੋਟਲਾਂ ਵਿੱਚ ਰਹਿੰਦੇ ਆ, ਕਿੱਥੇ ਅਸੀਂ ਰਹਿੰਦੇ ਆ, ਦੱਸੋ ਸਾਨੂੰ। ਇੱਕ ਮਿੰਟ ਜੀ, ਇਹ ਗਰੇਵਾਲ ਹੁਰੀ ਤੇ ਜਾਨੀ ਹੁਰੀ ਪੰਜਾਬ ਨੂੰ ਲੁੱਟ ਕੇ ਖਾ ਗਏ, ਤੇ ਲੁੱਟ ਕੇ ਇੱਥੇ ਲਿਆ ਕੇ ਸਾਰਾ ਕੁਝ। ਇਹ ਵੱਡੇ ਵੱਡੇ ਬੰਗਲਿਆਂ 'ਚ ਰਹਿੰਦੇ ਨੇ ਤੇ ਗੱਲਾਂ ਸਾਡੇ ਨਾਲ ਕਰਦੇ ਨੇ। ਠੀਕ ਆ, ਆਪਾਂ ਜਵਾਬ ਲੈ ਲਈਏ। ਗਰੇਵਾਲ ਸਾਹਿਬ ਤੁਹਾਨੂੰ ਚੈਲੰਜ ਹੋ ਰਿਹਾ ਸਿੱਧਾ ਕਿ ਸਾਬਤ ਕਰਕੇ ਦਿਖਾਓ ਕਿ ਹੋਟਲਾਂ 'ਚ ਰਹਿੰਦੇ ਨੇ ਕਿਸਾਨ ਆਗੂ। ਦੇਖੋ ਗੱਲ ਇਹ ਆ, ਜਿਹੜੀ ਸਾਡੀ ਗੱਲ ਕਰਦੇ ਆ, ਅਸੀਂ ਤਾਂ ਆ ਕੇ ਪੰਜਾਬ ਭਵਨ 'ਚ ਰੁਕਦੇ ਆ ਜੀ, ਹੋਰ ਕਿਤੇ ਨਹੀਂ ਰੁਕਦੇ। ਔਰ ਦੂਜੀ ਗੱਲ, ਮੇਰੇ ਬਾਰੇ ਸਾਰੇ ਜਾਣਦੇ ਆ ਕਿ ਮੇਰਾ ਸਾਦਾ ਜੀਵਨ ਆ, ਨਾ ਸ਼ਰਾਬ, ਨਾ ਮੀਟ, ਨਾ ਅੰਡਾ, ਕਿਸੇ ਚੀਜ਼ ਦੇ ਨਜ਼ਦੀਕ ਨਹੀਂ ਜਾਂਦੇ। ਔਰ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ, ਇਹ ਗੱਲਾਂ ਦੇ ਸਬੂਤ ਮੈਂ ਤੁਹਾਨੂੰ ਭੇਜ ਦੂੰਗਾ ਤੇ ਤੁਸੀਂ ਇਹਨਾਂ ਨੂੰ ਦੱਸ ਦੇਣਾ। ਕੋਈ ਐਸੀ ਗੱਲ ਨਹੀਂ, ਕੋਈ ਬਹਿਸ ਵਾਲੀ ਗੱਲ ਨਹੀਂ ਹੈ। ਜੇ ਕੋਈ ਕਿਤੇ ਰਹਿੰਦਾ ਵੀ ਹੈ, ਸਾਨੂੰ ਉਸ ਚੀਜ਼ ਦਾ ਇਤਰਾਜ਼ ਨਹੀਂ ਹੈ। ਸਾਨੂੰ ਇੱਕ ਚੀਜ਼ ਦਾ ਇਤਰਾਜ਼ ਆ ਕਿ ਕਿਸਾਨ ਨੂੰ ਤੁਸੀਂ ਜਿਹੜੇ ਮਹਿਲਾਵਾਂ, ਬੱਚੇ, ਬਜ਼ੁਰਗ ਨੇ, ਉਹਨਾਂ ਨੂੰ ਠੰਡ 'ਚ ਸੜਕਾਂ ਤੇ ਕਿਉਂ ਬਿਠਾਇਆ ਹੋਇਆ? ਔਰ ਜਦੋਂ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹਾਂ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਉਠਾਉਂਦੇ? ਤੇ ਇਸ ਅੰਦੋਲਨ ਨੂੰ ਸਮਾਪਤੀ ਦੀ ਔਰ ਕਿਉਂ ਨਹੀਂ ਲੈ ਕੇ ਜਾਂਦੇ? ਤੇ ਇਹ ਅਸਲ 'ਚ ਕੀ ਆ ਕਿ ਇਹ ਗਰੇਵਾਲ ਸਾਹਿਬ ਕੀ ਫਾਇਦਾ ਉਹਨਾਂ ਦਾ ਖਰਾਬ ਕਰਨਾ ਚਾਹੁੰਦੇ ਤੁਸੀਂ ਉਹ ਵੀ ਦੱਸੋ ਨਾ, ਕੀ ਫਾਇਦਾ ਉਹਨਾਂ ਦਾ? ਖੁਦ ਮੈਂ ਫਾਇਦਾ ਦੱਸਦਾ ਨਾ ਜੀ, ਇਹ ਖੁਦ ਰਾਜਨੇਤਾ ਬਣਨਾ ਚਾਹੁੰਦੇ ਨੇ। ਹੁਣ ਰਾਜਨੀਤਿਕ ਪਾਰਟੀ ਬਣਾਉਣਗੇ ਇਸ ਤੋਂ ਬਾਅਦ। ਇਹ ਚਾਹੁੰਦੇ ਆ ਕਿ ਇਹ ਜਿਹੜੇ ਕਿਸਾਨ ਨੇ, ਇਹ ਸਾਨੂੰ ਭੋਲੇ ਭਾਲੇ ਸਾਨੂੰ ਵੋਟਾਂ ਪਾਉਣਗੇ, ਅਸੀਂ ਪੋਲੀਟੀਕਲ ਪਾਰਟੀ ਬਣਾਵਾਂਗੇ। ਇਹ ਕਿਸਾਨ ਹਿੱਤ ਦੀ ਕੋਈ ਗੱਲ ਨਹੀਂ ਹੈ। ਜੇ ਕਿਸਾਨ ਹਿੱਤ ਦੀ ਗੱਲ ਹੋਵੇ, ਜਿੰਨੀਆਂ ਗੱਲਾਂ ਸਰਕਾਰ ਨੇ ਮੰਨੀਆਂ ਨੇ ਉਹ ਤਾਂ ਲਾਗੂ ਕਰਵਾ ਲੈਣ। ਕਿ ਸਰਕਾਰ MSP ਲਈ ਵੀ ਤਿਆਰ ਆ, ਸਰਕਾਰ ਬਾਕੀ ਸਾਰੇ ਖਦਸ਼ੇ ਦੂਰ ਕਰਨ ਨੂੰ ਵੀ ਤਿਆਰ ਆ, ਔਰ ਸਰਕਾਰ ਜਿਹੜੇ ਜਵਾਬ ਦੇ ਦਿਓ, ਕਿਸਾਨ ਹਿੱਤ ਨਹੀਂ ਚਾਹੁੰਦੇ ਤੁਸੀਂ, ਜਿਹੜਾ ਬਾਕੀ ਸੀ ਉਹ ਵੀ ਮੰਨ ਲਿਆ, ਆਪ ਹੀ ਤਾਂ ਕਹਿੰਦੇ ਮੰਨ ਲਿਆ।
ਬਿਲਕੁਲ ਸਾਡਾ ਕੋਈ ਮਨਸ਼ਾ ਨਹੀਂ ਬਲਵੰਤ ਜੀ ਜਵਾਬ ਦਿਓ, ਵੋਟਾਂ ਲੱਗੀਆਂ ਕਹਿੰਦੇ ਸਾਡੀ ਕੋਈ ਤੁਸੀਂ ਮਨਸ਼ਾ ਨਹੀਂ ਕਿਸਾਨ ਹੈਗੀ। ਹਿੱਤ ਨਹੀਂ ਹੈਗੇ ਤੁਹਾਡੇ। ਦੇਖੋ ਜੀ ਸਾਡੀ ਕੋਈ ਮਨਸ਼ਾ ਨਹੀਂ ਹੈਗੀ। ਸਾਡੇ ਇੱਕ ਵੀ ਕਿਸੇ ਲੀਡਰ ਦਾ ਬਿਆਨ ਦਿਖਾਉਣ ਵੀ ਅਸੀਂ ਐਮਐਲਏ ਖੜਨ ਆਏ ਆ, ਅਸੀਂ ਲੀਡਰ ਬਣਨ ਆਏ ਆ। ਅਸੀਂ ਕੇਵਲ ਤੇ ਕੇਵਲ ਇੱਥੇ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਆਏ ਆ। ਇਹਨਾਂ ਨੇ ਗੱਲ ਕੀਤੀ ਹੈਗੀ ਵੀ ਤੁਹਾਡੇ ਬੱਚੇ ਬੈਠੇ ਨੇ, ਮਾਤਾਵਾਂ ਬੈਠੀਆਂ ਨੇ, ਇਹਨਾਂ ਨੂੰ ਕਾਹਦਾ ਫਿਕਰ ਆ? ਜੇ ਇਹਨਾਂ ਨੂੰ ਫਿਕਰ ਹੈ ਕਿ ਕਾਨੂੰਨ ਰੱਦ ਕਰ ਦੇਣ, ਅਸੀਂ ਬੱਚੇ ਘਰ ਲੈ ਜੰਨੇ ਆ। ਸਿੱਧੀ ਜੀ ਗੱਲ ਹੈਗੀ ਆ। ਦੇਖੋ ਇਹਨਾਂ ਦੇ ਬਿਠਾਏ ਹੋਏ ਬੈਠੇ ਆ, ਇਹਨਾਂ ਨੇ ਕਾਨੂੰਨ ਕਿਸਾਨਾਂ ਦੇ ਉਲਟ ਬਣਾਏ ਨੇ, ਆਹ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬਣਾਏ ਨੇ। ਇਹ ਕਾਨੂੰਨ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਜਾਂ ਮਰਾਂਗੇ ਜਾਂ ਜਿੱਤਾਂਗੇ। ਕੱਲ ਵਾਲੀ ਗੱਲ ਤੇ ਅਸੀਂ ਅੜੇ ਹੋਏ ਆ। ਜੀ ਸਰਕਾਰ ਨੇ ਜੋ ਕਰਨਾ ਸਾਡੇ ਨਾਲ ਕਰ ਲਵੇ। ਗਰੇਵਾਲ ਸਾਹਿਬ ਕਾਨੂੰਨ ਰੱਦ ਕਰੋ, ਮੰਗ ਇੱਕ ਵਾਰ ਫਿਰ ਤੋਂ ਇਸ ਪਲੇਟਫਾਰਮ ਦੇ ਉੱਤੇ ਵੀ ਕਿ ਕਾਨੂੰਨ ਰੱਦ ਕਰੋ। ਗੱਲ ਇਹ ਆ, ਉਹ ਤਾਂ ਇਹਨਾਂ ਨੂੰ ਪਹਿਲਾਂ ਦੱਸਤਾ ਵੀ ਜੋ ਖਦਸ਼ੇ ਦੂਰ ਕਰਾਉਣੇ ਕਰਾ ਲਓ। ਇਹ ਕਾਨੂੰਨ ਰੱਦ ਕਰਨ ਦਾ ਸਾਡੇ ਐਗਰੀਕਲਚਰ ਮਿਨਿਸਟਰ ਨੇ ਵੀ ਕਹਿਤਾ ਵੀ ਇਹ ਰੱਦ ਨਹੀਂ ਹੋ ਸਕਦੇ। ਇਸ ਦੇ ਅੱਗੇ ਕੋਈ ਗੱਲ ਆ ਤਾਂ ਉਸ ਗੱਲ ਨੂੰ ਤੁਸੀਂ ਚਲਾਓ। ਇਹ ਉਸ ਗੱਲ ਨੂੰ ਕਾਨੂੰਨਾਂ ਦੇ ਵਿੱਚ ਬਚਿਆ ਹੀ ਕੁਛ ਨਹੀਂ। ਜਿਹੜਾ ਜਦੋਂ ਖਦਸ਼ੇ ਸਾਰੇ ਹੱਲ ਹੋ ਗਏ ਤਾਂ ਕਾਨੂੰਨ ਤਾਂ ਵਿਵਸਥਾ ਚਲਾਉਣ ਲਈ ਆਖਰ ਤੱਕ ਕਾਨੂੰਨ ਬਣਨੇ ਨੇ। ਇਹਨਾਂ ਨੂੰ ਕਿਹਾ ਤੁਸੀਂ 5 ਮੈਂਬਰੀ ਕਮੇਟੀ ਬਣਾ ਦਿਓ, 5 ਮੈਂਬਰੀ ਕਮੇਟੀ ਸਰਕਾਰ ਬਣਾਉਂਦੀ ਆ। ਕਾਨੂੰਨਾਂ ਜੋ ਕੱਢਣਾ ਕੱਢ ਲਓ, ਜੋ ਭਰਨਾ ਭਰ ਲਓ। ਇਹ ਉਸ ਤੇ ਵੀ ਤਿਆਰ ਨਹੀਂ ਹੈਗੇ। ਇਸ ਤੋਂ ਜ਼ਿਆਦਾ ਹੋਰ ਖੁੱਲੇ ਮਨ ਨਾਲ ਕੀ ਗੱਲ ਹੋ ਸਕਦੀ ਆ? ਇਹ ਸਿਰਫ ਰਿਸਪੈਕਟ ਹੋ ਰਹੀ ਆ ਉਹਨਾਂ ਬੱਚਿਆਂ ਦੀ, ਉਹਨਾਂ ਮਹਿਲਾਵਾਂ ਦੀ, ਉਹਨਾਂ ਬਜ਼ੁਰਗਾਂ ਦੀ ਜੋ ਸੜਕਾਂ ਤੇ ਬਿਠਾਏ ਨੇ ਇਹਨਾਂ ਨੇ। ਇਹ ਅੰਦੋਲਨ ਨੂੰ ਗਲਤ ਦਿਸ਼ਾ ਜਾਣਬੁੱਝ ਕੇ ਦੇ ਰਹੇ ਆ ਔਰ ਇਹ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੇ ਆ। ਔਰ ਦੇਖੋ 26 ਜਨਵਰੀ 'ਚ ਗੜਬੜ ਕਰਾਂਗੇ। ਉਹ ਨਾ ਦੇਸ਼ ਇੰਨਾ ਕਮਜ਼ੋਰ ਆ, ਨਾ ਕੋਈ ਹੋਰ ਇੰਨਾ ਕਮਜ਼ੋਰ ਆ, ਨਾ ਇਹ ਕੋਈ ਗੜਬੜ ਹੋ ਸਕਦੀ ਆ। ਇਹ ਮਾਓਵਾਦੀਆਂ ਦੀਆਂ, ਕਮਿਊਨਿਸਟਾਂ ਦੀਆਂ ਗੱਲਾਂ ਨੇ। ਕਮਿਊਨਿਸਟ ਜਿੱਥੇ ਫੈਕਟਰੀ ਦੇ ਝੰਡਾ ਲਾ ਦੇਣ, ਉਹ ਫੈਕਟਰੀ ਨੂੰ ਬੰਦ ਕਰਾ ਕੇ ਛੱਡਦੇ ਨੇ। ਇਹ ਤਾਂ ਕਿਸਾਨਾਂ ਦਾ ਤਾਂ ਬਿਲਕੁਲ ਹੀ ਇਹਨਾਂ ਨੇ ਬੁਰਾ ਹਾਲ ਕਰਕੇ ਛੱਡਣਾ। ਇਹ ਕਾਮਰੇਡ ਘੁਸ ਗਏ ਨੇ ਵਿੱਚ। ਆ ਜੋਗਿੰਦਰ ਯਾਦਵ ਕਿਹੜਾ ਕਿਸਾਨ ਲੀਡਰ ਆ? ਕੀ ਮਤਲਬ ਆ ਉਹਦਾ? ਉਹ ਉਧਰ ਤਾਂ ਗੱਲ ਚੱਲ ਰਹੀ ਆ, ਕਿਸਾਨ ਕਹਿ ਰਹੇ ਸਾਡੀਆਂ 2 ਮੰਗਾਂ ਮੰਨ ਲਈਆਂ, 2 ਸਾਡੀਆਂ ਰਹਿ ਗਈਆਂ। ਉਧਰ ਗੱਲ ਤਾਂ ਸੁਣੋ। ਉਧਰ ਜੋਗਿੰਦਰ ਯਾਦਵ ਕੀ ਕਹਿ ਰਿਹਾ? ਅਸੀਂ ਅੰਦੋਲਨ ਹੋਰ ਤੇਜ਼ ਕਰਾਂਗੇ। ਭਾਈ ਅੰਦੋਲਨ ਤਾਂ ਤੇਜ਼ ਕਰੋਗੇ, ਤੁਹਾਡਾ ਅਧਿਕਾਰ ਆ ਅੰਦੋਲਨ ਤੇਜ਼ ਕਰਨ ਦਾ, ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਆ ਤੁਹਾਡਾ। ਅੰਦੋਲਨ ਤਾਂ ਤੇਜ਼ ਕਰੋਗੇ ਜੇ ਅਸੀਂ ਤੁਹਾਡੀ ਗੱਲ ਨਾ ਮੰਨਦੇ ਹੋਈਏ। ਜਦੋਂ ਸਰਕਾਰ ਤੁਹਾਡੀ ਸਾਰੀ ਗੱਲ ਮੰਨਣ ਨੂੰ ਤਿਆਰ ਆ, ਤੁਸੀਂ ਪਹਿਲਾਂ ਹੀ ਅੰਦੋਲਨ ਤੇਜ਼ ਕਰਨਾ। ਇਹ ਗੱਲਾਂ ਜਿਹੜੀਆਂ ਨੇ, ਇਹ ਬਲਵੰਤ ਸਿੰਘ ਹੋਣੀ ਵੀ ਕਹਿਣਗੇ ਕਿ ਇਹ ਗਲਤ ਨੇ। ਜੇ ਇਹ ਸੱਚੇ ਮਨ ਨਾਲ ਗੱਲ ਕਹਿਣ, ਇਹ ਜੋਗਿੰਦਰ ਯਾਦਵ ਦੀਆਂ ਗੱਲਾਂ ਠੀਕ ਨਹੀਂ ਹੈ। ਬਲਵੰਤ ਜੀ ਦੇਖੋ ਜੋਗਿੰਦਰ ਯਾਦਵ ਬਾਰੇ ਜੋ ਇਹਨਾਂ ਨੇ ਗੱਲ ਕਰਨੀ, ਉਹ ਫਿਰ ਦੁਬਾਰਾ ਬਹਿਸ ਤੇ ਬੈਠ ਜਾਣਗੇ। ਜਦੋਂ ਮਰਜ਼ੀ ਗਰੇਵਾਲ ਕਹਿਣ ਉਦੋਂ ਹੀ ਬੈਠ ਜਾਣਗੇ। ਕੋਈ ਇਹੋ ਜਿਹੀ ਗੱਲ ਨਹੀਂ। ਇਹ ਵਾਰ-ਵਾਰ ਗੱਲ ਕਹਿ ਰਹੇ ਨੇ ਵੀ ਬੱਚੇ ਬਿਠਾਏ ਨੇ, ਮਾਤਾਵਾਂ ਬਿਠਾਈਆਂ ਨੇ, ਬਜ਼ੁਰਗ ਬਿਠਾਏ ਨੇ। ਅਸੀਂ ਯਾਰੋ ਕੋਈ ਘਰ ਦੇ ਸਾਡੇ ਬੱਚੇ ਹੈ ਨਹੀਂ, ਸਾਡਾ ਮਾਂ ਪਿਓ ਹੈ ਨਹੀਂ, ਸਾਡਾ ਜੀ ਨਹੀਂ ਕਰਦਾ ਘਰ ਨੂੰ ਜਾਣ ਨੂੰ। ਅਸੀਂ ਕਾਹਦੇ ਵਾਸਤੇ ਬੈਠੇ ਆ? ਅਸੀਂ ਕਹਿੰਦੇ ਆ ਸਾਡੀ ਭਾਵੇਂ ਜਾਨ ਚਲੀ ਜਾਵੇ, ਅਸੀਂ ਸ਼ਹਾਦਤ ਦੇਣ ਨੂੰ ਤਿਆਰ ਆ, ਪਰ ਅਸੀਂ ਇਹਨਾਂ ਬੱਚਿਆਂ ਦਾ ਭਵਿੱਖ ਕਦੀ ਵੀ ਖਤਰੇ ਵਿੱਚ ਨਹੀਂ ਪਾਵਾਂਗੇ। ਤੁਹਾਨੂੰ ਮੈਂ ਸਾਮ ਦੀ ਉਦਾਹਰਨ ਦੇ ਦਿੰਦਾ। ਜਿਵੇਂ ਗਰੇਵਾਲ ਕਹਿੰਦੇ ਨੇ, ਸਾਮ ਦੇ ਵਿੱਚ ਜਦੋਂ ਚਾਹ ਪੱਤੀਆਂ ਦਾ ਬਾਗ ਹੁੰਦਾ ਸੀ, 4 ਕਨਾਲਾਂ ਵਾਲਾ, 1 ਏਕੜ ਵਾਲਾ, 2.5 ਏਕੜ ਵਾਲਾ ਕਿਸਾਨ ਵੀ ਅਮੀਰ ਹੁੰਦਾ ਸੀ। ਉੱਥੇ ਸਰਕਾਰਾਂ ਨੇ ਜਿਹੜਾ ਟਾਟਾ ਦੇ ਬਿਰਲਾ ਨੂੰ ਉੱਥੋਂ ਦੇ ਸਾਰੇ ਜ਼ਮੀਨ ਲੀਜ਼ ਤੇ ਦੇਤੀ, ਪੜੇ ਤੇ ਦੇਤੀ, ਤੇ ਉੱਥੋਂ ਦੇ ਕਿਸਾਨਾਂ ਨੂੰ ਹਾਰ ਕੇ ਜਿਹੜੀ ਜ਼ਮੀਨ ਸੀ ਉਹ ਉਹਨਾਂ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਣੀ ਪਈ। ਔਰ ਉਹਨਾਂ ਦੇ ਬੱਚੇ ਜਿਹੜੇ ਸੀ ਉਹ ਹੱਥ ਵਿੱਚ ਡੱਬਾ ਫੜ ਕੇ ਉਹ ਰੋਟੀ ਲੈ ਕੇ ਤੇ ਉਹਨਾਂ ਦੀ ਨੌਕਰੀ ਕਰਨ ਜਾਂਦੇ ਸੀ। ਦੂਜੀ ਉਦਾਹਰਨ ਇਸ ਤੋਂ ਵੱਡੀ ਹੋਰ ਦੇ ਦੇਣਾ ਮੈਂ, ਭਈ ਬਿਹਾਰ ਦੇ ਵਿੱਚੋਂ, ਯੂਪੀ ਦੇ ਵਿੱਚੋਂ ਜਿਹੜੇ ਸਾਡੇ ਝੋਨਾ ਪੰਜਾਬ ਵਿੱਚ ਲਾਉਣ ਜਾਂਦੇ ਨੇ, ਉਹਨਾਂ ਕੋਲ ਵੀ ਜ਼ਮੀਨ ਹੈਗੀ, ਉਹ ਵੀ ਜ਼ਮੀਨਾਂ ਦੇ ਮਾਲਕ ਨੇ, ਉਹ ਸਾਡਾ ਝੋਨਾ ਲਾਉਣ ਚਾਹੁੰਦੇ ਨੇ। ਕੀ ਗਰੇਵਾਲ ਵਰਗੇ, ਜਿਆਣੀ ਵਰਗੇ ਜਿਹੜੇ ਵਿੱਚ ਗੱਲਾਂ ਕਰਦੇ ਨੇ ਸਰਕਾਰਾਂ ਦੇ ਨਾਲ, ਇਹ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੇ ਨੇ, ਪੰਜਾਬ ਦੇ ਬੱਚਿਆਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਗਰੀਬ ਕਰਨਾ ਚਾਹੁੰਦੇ ਨੇ। ਇਸ ਤੋਂ ਵੀ ਇਹ ਇਹਨਾਂ ਦੇ ਹਾਲਾਤ ਨੇ। ਇਹ ਮਾਡਲ ਬਿਹਾਰ ਵਾਲਾ ਗਰੇਵਾਲ ਸਾਹਿਬ ਤੁਸੀਂ ਫੇਰ ਮਾਡਲ ਲੈ ਕੇ ਆਏ ਹੋ। ਇਲਜ਼ਾਮ ਨੇ ਗਰੇਵਾਲ ਸਾਹਿਬ ਜਵਾਬ ਦੇ ਦਿਓ ਸਰ। ਗਰੇਵਾਲ ਸਾਹਿਬ ਉਹ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ, ਤੁਹਾਡੇ ਤੇ ਜਾਨੀ ਸਾਹਿਬ ਦੇ ਉੱਤੇ, ਕਿ ਤੁਸੀਂ ਜੋ ਕਰ ਰਹੇ ਹੋ ਉਸ ਦੇ ਨਾਲ ਹਾਲਾਤ ਖਰਾਬ ਹੋ ਜਾਣੇ ਨੇ ਪੰਜਾਬ ਦੇ ਤੁਹਾਡੇ ਬਿਆਨਾਂ ਨਾਲ। ਨਹੀਂ ਉਹਦੇ 'ਚ ਜੋ ਇਹਨਾਂ ਨੇ ਗੌਰਵ ਜੀ ਕਿਹਾ ਕਿ ਬਈ ਇਹ ਕੋਰਟ ਜਾਣ ਦਾ ਅਧਿਕਾਰ ਦਿਓ। ਸਰਕਾਰ ਨੇ ਕਿਹਾ ਕੋਰਟ ਜਾਣ ਦਾ ਅਧਿਕਾਰ ਵੀ ਦਿੰਨੇ ਆ ਤੇ ਨਾਲ ਫਾਸਟ ਟਰੈਕ ਕੋਰਟ ਵੀ ਬਣਾ ਦਿੰਨੇ ਆ। ਜੇ ਉਹਨਾਂ ਨੂੰ ਇਹ ਕਲੌਜ਼ ਪਸੰਦ ਨਹੀਂ ਹੈ, ਇਹ ਕਲੌਜ਼ ਕਢਵਾ ਲੈਣ। ਆਵਾਜ਼ ਨਹੀਂ ਆ ਰਹੀ। ਤੇ ਇਹ ਤਾਂ ਇਹਨਾਂ ਨੇ ਰੱਖਣਾ, ਜੋ ਗੱਲਾਂ ਇਹਨਾਂ ਨੇ ਰੱਖੀਆਂ, ਜੋ ਖਦਸ਼ੇ ਇਹਨਾਂ ਨੇ ਜ਼ਾਹਿਰ ਕੀਤੇ, 7-7 ਘੰਟੇ ਬੈਠ ਕੇ ਮਿਹਨਤ ਕੀਤੀ, ਗੱਲ ਕੀਤੀ, ਤੇ ਉਹ ਸਾਰੀਆਂ ਇਹਨਾਂ ਦੀਆਂ ਮੰਨ ਲਈਆਂ। ਕਿਸੇ ਗੱਲ 'ਚ ਵੀ ਇਹਨਾਂ ਨੂੰ ਮਨਾ ਨਹੀਂ ਕੀਤਾ, ਕਿਸੇ ਗੱਲ 'ਚ ਵੀ। ਉਸ ਦੇ ਬਾਵਜੂਦ ਵੀ ਪਤਾ ਨਹੀਂ ਕਿਉਂ ਅੰਦੋਲਨ ਨੂੰ ਇਹ ਇਸ ਤਰ੍ਹਾਂ ਚਲਾ ਰਹੇ ਨੇ, ਕੀ ਗੱਲ ਆ। ਔਰ ਮੈਨੂੰ ਤਾਂ ਕੋਈ ਜਿਹੜਾ ਹੈਗਾ ਜ਼ਿਆਦਾ ਇਹਦਾ ਮਕਸਦ ਲੱਗਦਾ ਨਹੀਂ ਹੁਣ।
ਔਰ ਇਹਦੇ 'ਚ ਇਹਨਾਂ ਨੂੰ ਥੋੜਾ ਜਿਹਾ ਸੁਹਿਰਦ ਹੋਣਾ ਚਾਹੀਦਾ। ਤੇ ਸਰਕਾਰ ਵੀ ਇਹਨਾਂ ਦੀ ਆਪਣੀ ਹੈ, ਕੋਈ ਸਰਕਾਰ ਬਗਾਨੀ ਆ। ਇਹ ਤਾਂ ਇਸ ਤਰ੍ਹਾਂ ਕਰਦੇ ਨੇ ਜਿਸ ਤਰ੍ਹਾਂ ਹੁਣ ਮੇਰੀ ਗੱਲ ਸੁਣੋ ਬਈ ਸਿੱਖ ਹੋਣ ਦਾ ਵੀ ਸਰਟੀਫਿਕੇਟ ਇਹਨਾਂ ਕੋਲੋਂ ਲੈਣਾ ਪਊ ਸਭ ਨੂੰ, ਠੀਕ ਹੈ ਨਾ। ਜੇ ਇਹ ਸਿੱਖ ਨੇ ਤਾਂ ਅਸੀਂ ਵੀ ਸਿੱਖਾਂ ਬੈਠੇ ਆ, ਉਹ ਗੱਲ ਨਹੀਂ ਹੈ। ਇਹ ਹਿੰਦੂ ਸਿੱਖ ਦਾ ਅੰਦੋਲਨ ਨਹੀਂ ਹੈ ਕੋਈ ਵੀ ਉਹ ਚੱਲ ਰਿਹਾ ਹੋਵੇ। ਇਹਦੇ 'ਚ ਤਾਂ ਸਿੱਧੀ ਗੱਲ ਇਹ ਆ ਕਿ ਬਈ ਇਹ ਅੰਦੋਲਨ ਕਿਸਾਨ ਦਾ, ਕਿਸਾਨ ਸਿੱਖ ਵੀ ਆ, ਹਿੰਦੂ ਵੀ ਆ, ਮੁਸਲਮਾਨ ਵੀ ਆ, ਕ੍ਰਿਸਚੀਅਨ ਵੀ ਆ, ਕਿਸਾਨ ਸਾਰੇ ਹੀ ਹੁੰਦੇ ਆ। ਜਿਹੜਾ ਖੇਤੀ ਕਰਦਾ ਉਹ ਕਿਸਾਨ, ਤੇ ਜਿਹੜਾ ਜ਼ਮੀਨ ਨਾਲ ਜੁੜਿਆ ਹੋਇਆ ਉਹ ਕਿਸਾਨ। ਇਸ ਲਈ ਕਿਸਾਨ ਦੀ ਪਰਿਭਾਸ਼ਾ ਔਰ ਇਹਦੀ ਪਰਿਭਾਸ਼ਾ ਜਿਹੜੀ ਹੈ ਉਹਦੇ 'ਚ ਬਹੁਤ ਅੰਤਰ ਆ। ਸਾਨੂੰ ਇਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਗੱਲ ਬੈਠ ਕੇ, ਮੈਂ ਇਹਨਾਂ ਨੂੰ ਕਹਿਣਾ ਜਦੋਂ ਮਰਜ਼ੀ ਆ ਜਾਣ, ਜਿਹੜੇ ਲੀਡਰ ਨਾਲੇ ਬੈਠਣਾ ਚਾਹੁੰਦੇ ਨੇ ਬਿਠਾਉਣੇ ਆ, ਗੱਲ ਕਰਾਉਣੇ ਆ, ਸ਼ਾਂਤੀ ਨਾਲ ਗੱਲ ਕਰਨ, ਔਰ ਜਿਹੜੀ ਕੋਈ ਗੱਲ ਇਹਨਾਂ ਦੀ ਹੋਰ ਕਮੀ ਰਹਿੰਦੀ ਆ ਉਹ ਵੀ ਪੂਰੀ ਕਰਵਾ ਦਿੰਦੇ ਆ। ਕਿਤੇ ਕੋਈ ਦਿੱਕਤ ਨਹੀਂ ਆਉਣ ਵਾਲੀ। ਪਰ ਮੇਰੀ ਬਲਵੰਤ ਸਿੰਘ ਉਹਨਾਂ ਨੂੰ ਇਹ ਪ੍ਰਾਰਥਨਾ ਕਿ ਇਹ ਅੰਦੋਲਨ ਨੂੰ ਹੁਣ ਸਮਾਪਤੀ ਦੀ ਔਰ ਲੈ ਕੇ ਜਾਓ। ਦੇਖੋ ਬਲਵੰਤ ਜੀ, ਸਵਾਲ ਇਹੀ ਉੱਠ ਰਿਹਾ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਤਾਂ ਕੰਪਲੀਟ ਹੋ ਗਈਆਂ, ਤੁਸੀਂ ਫਿਰ ਕਿਉਂ ਨਹੀਂ ਮੰਨ ਰਹੇ? ਦੇਖੋ ਗੌਰਵ ਜੀ, ਗਰੇਵਾਲ ਵਾਰ-ਵਾਰ ਇਹ ਗੱਲ ਕਹਿੰਦੇ ਨੇ ਵੀ ਅਸੀਂ ਮਨਵਾ ਦਿੰਦੇ ਆ, ਤੇ ਫਿਰ ਅਸੀਂ ਰੱਦ ਕਰਵਾਉਣ ਵਾਸਤੇ ਘਰਾਂ ਵਿੱਚੋਂ ਤੁਰੇ ਹੋਏ ਆ ਔਰ ਦੇਸ਼ ਦੇ ਵਿੱਚ ਕਾਲ ਵੀ ਪੂਰੀ ਕਰ ਦਿੱਤੀ ਆ, ਤੇ ਫਿਰ ਇਹ ਕਾਨੂੰਨ ਰੱਦ ਕਰ ਦੇਣ ਕਿਉਂ ਜਿੱਦ ਕਰਦੇ ਨੇ? ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬਣੇ ਨੇ, ਨਾ ਕਿ ਕਿਸਾਨਾਂ ਦੇ ਹੱਕ ਵਿੱਚ ਬਣੇ ਨੇ। ਇਹ ਬਿਲਕੁਲ ਗਲਤ ਵਾਰ-ਵਾਰ ਇਹ ਗੱਲਾਂ ਕਰਦੇ ਪਏ ਨੇ। ਅਸੀਂ ਤਿਆਰ ਆ, ਜਿਹਦੇ ਨਾਲ ਗੱਲ ਕਰਾਉਣੀ ਚਾਹੁੰਦੇ ਨੇ ਅਸੀਂ ਸਾਰੇ ਜਥੇਬੰਦੀਆਂ ਦੇ ਆਗੂ ਗੱਲ ਕਰਾਂਗੇ, ਪਹਿਲਾਂ ਵੀ ਕਰਦੇ ਆ, ਹੁਣ ਵੀ ਕਰਾਂਗੇ। ਸ਼ਾਂਤਮਈ ਗੱਲ ਕੀਤੀ, ਅੱਜ ਤੱਕ ਕਦੀ ਤਲਖੀ ਵਿੱਚ ਗੱਲ ਨਹੀਂ ਕੀਤੀ। ਕੱਲ ਜਦੋਂ ਤੋਮਰ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਆ ਵੀ ਬਿਲਕੁਲ ਇਹ ਕਾਨੂੰਨ ਰੱਦ ਨਹੀਂ ਹੋਣਗੇ, ਬਲਵੰਤ ਜੀ ਉਹ ਕਹਿੰਦੇ ਕਾਨੂੰਨ ਨਹੀਂ ਰੱਦ ਹੋਣੇ, ਉਹ ਕਹਿੰਦੇ ਕਾਨੂੰਨ ਰੱਦ ਨਹੀਂ ਹੋਣੇ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਅਸੀਂ ਤਾਂ ਕੱਲ ਕਿਹਾ ਸੀ ਅਸੀਂ ਤੁਹਾਡੇ ਕੋਲ 40 ਦੇ 40 ਬੈਠੇ ਆ, ਸਾਨੂੰ ਗੋਲੀ ਨਾਲ ਸ਼ੂਟ ਕਰ ਦਿਓ, ਸਾਡੇ ਪਰਿਵਾਰ ਉੱਥੇ ਬੈਠੇ ਨੇ, ਉੱਥੇ ਸ਼ੂਟ ਕਰ ਦਿਓ। 70 ਇੱਕ ਮਿੰਟ ਦੇਖੋ 70 ਜਨਾਂ ਗਰੇਵਾਲ ਸਾਹਿਬ ਲੈ ਚੁੱਕੇ ਨੇ। ਗਰੇਵਾਲ ਸਾਹਿਬ ਇਹ ਕਹਿੰਦੇ ਨੇ ਵੀ ਤੁਸੀਂ ਇੱਕ ਮਿੰਟ ਗੌਰਵ ਜੀ, ਇੱਕ ਮਿੰਟ ਗੌਰਵ ਜੀ, ਇੱਕ ਮਿੰਟ ਪਲੀਜ਼ ਇੱਕ ਮਿੰਟ ਜੀ। ਇਹ ਕਹਿੰਦੇ ਨੇ ਵੀ ਤੁਸੀਂ ਕਿਸਾਨਾਂ ਦੀਆਂ ਜਨਾਂ ਲੈ ਰਹੇ ਹੋ, ਇਹ ਕਹਿੰਦੇ ਨੇ ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰ ਰਹੇ ਹੋ। ਬਿਲਕੁਲ ਇਸ ਤਰ੍ਹਾਂ ਦੀ ਗੱਲ ਨਹੀਂ। ਅੱਜ ਤਕਰੀਬਨ 100 ਦਿਨ ਤੋਂ ਉੱਤੇ ਹੋ ਗਿਆ ਅੰਦੋਲਨ ਚੱਲਦੇ ਨੂੰ, ਕਿਤੇ ਇੱਕ ਵੀ ਦਿਖਾਉਣ ਕਿਸੇ ਪ੍ਰਾਪਰਟੀ ਦਾ ਨੁਕਸਾਨ ਕੀਤਾ ਹੋਵੇ, ਕੋਈ ਕਿਸੇ ਨੂੰ ਟੱਚ ਕੀਤਾ ਹੋਵੇ। ਬਿਲਕੁਲ ਸ਼ਾਂਤਮਈ ਅੰਦੋਲਨ ਹੈਗਾ, ਸ਼ਾਂਤਮਈ ਰਹਿਣ ਦਿੱਤਾ ਜਾਵੇ। ਇਹ ਕਿਸਾਨਾਂ ਨੂੰ ਵਾਰ-ਵਾਰ ਇੱਕ ਟਿੱਪਣੀ ਕਰਦੇ ਨੇ ਅਸੀਂ ਕਿਸਾਨ ਦੇ ਪੁੱਤ। ਹੁਣ ਤਾਂ ਦੁਕਾਨਦਾਰ ਜੁੜ ਗਏ, ਆੜਤੀਏ ਜੁੜ ਗਏ, ਇੰਡਸਟਰੀ ਵਾਲੇ ਜੁੜ ਗਏ, ਦਿੱਲੀ ਦੇ ਲੋਕ ਜੁੜ ਗਏ ਨੇ, ਜਿਹੜੇ ਕਿਸਾਨ ਨਹੀਂ ਹੈਗੇ ਸੀ ਉਹ ਵੀ ਸਾਡੇ ਨਾਲ ਜੁੜ ਗਏ ਨੇ। ਇਹ ਬਿਲਕੁਲ ਬੁਨਿਆਦ ਗੱਲਾਂ ਹੈਗੀਆਂ ਨੇ। ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਏ ਤੋਂ ਬਿਨਾਂ ਭਾਵੇਂ ਮਾਣਯੋਗ ਸੁਪਰੀਮ ਕੋਰਟ, ਅਸੀਂ ਉਹਦੀ ਇੱਜ਼ਤ ਕਰਦੇ ਆ ਜੀ, ਇੱਜ਼ਤ ਕਰਦੇ ਆ। ਕੱਲ ਤੋਮਰ ਜੀ ਕਹਿੰਦੇ ਸੀ ਵੀ ਤੁਸੀਂ ਉੱਥੇ ਸੁਪਰੀਮ ਕੋਰਟ ਚ ਆ ਜਾਓ 11 ਤਰੀਕ ਨੂੰ, ਅਸੀਂ ਨਾ ਅੱਜ ਜਾਈਏ ਨਾ ਕੱਲ ਜਾਈਏ। ਜੇ ਸੁਪਰੀਮ ਕੋਰਟ ਵੀ ਸਾਡੇ ਉਲਟ ਕੋ ਫੈਸਲਾ ਕਰਦੀ ਹੈ, ਅਸੀਂ ਤਾਂ ਵੀ ਬਾਰਡਰਾਂ ਤੇ ਬੈਠੇ ਆ, ਮਰ ਜਾਾਂਗੇ ਮਿਟ ਜਾਾਂਗੇ, ਪਰ ਇਹਨਾਂ ਕਾਨੂੰਨਾਂ ਰੱਦ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ। ਗਰੇਵਾਲ ਜੀ ਗਰੇਵਾਲ ਸਾਹਿਬ ਚਲੋ ਮੈਂ ਇੱਕ ਪ੍ਰਪੋਜ਼ਲ ਗੌਰਵ ਜੀ ਤੁਹਾਡੇ ਥਰੂ ਸਰਦਾਰ ਬਲਵੰਤ ਸਿੰਘ ਉਹਨਾਂ ਨੂੰ ਦੇ ਦਿੰਦਾ। ਇਹਨਾਂ ਨੂੰ ਪਹਿਲਾਂ ਵੀ ਪ੍ਰਪੋਜ਼ਲ ਦਿੱਤੀ ਸੀ, ਪਤਾ ਨਹੀਂ ਕਿਉਂ ਨਹੀਂ ਸੁਣਦੇ। ਕਾਨੂੰਨ ਤਾਂ ਵਿਵਸਥਾ ਚਲਾਉਣ ਲਈ ਰਹਿਣੇ ਹੁੰਦੇ ਆ, ਇਹ ਕਾਨੂੰਨ ਰਹੇ ਜਾਂ ਦੂਸਰਾ ਕਾਨੂੰਨ ਰਹੇ ਉਹ ਤਾਂ ਰਹਿਣਾ ਹੀ ਹੈ ਨਾ, ਕਾਨੂੰਨ ਨਾਲ ਹੀ ਤਾਂ ਵਿਵਸਥਾ ਚੱਲਦੀ ਹੈ ਸਾਰੀ। ਇਹ ਤਾਂ ਮੰਨਦੇ ਹੋ ਨਾ ਮੇਰੀ ਗੱਲ? ਇਹਨਾਂ ਨੂੰ ਇਹ ਕਹਿੰਦੇ ਆ ਕਿ 5 ਮੈਂਬਰੀ ਕਮੇਟੀ ਇਹ ਬਣਾ ਲੈਣ, 5 ਮੈਂਬਰੀ ਸਰਕਾਰ ਬਣਾ ਲੈਂਦੀ ਹੈ, ਬੈਠ ਕੇ ਆਪਸ 'ਚ ਹੱਲ ਕਰ ਲੈਣ ਵੀ ਕਿਸ ਤਰ੍ਹਾਂ ਦਾ ਕਾਨੂੰਨ ਇਹਨਾਂ ਨੇ ਬਣਾਉਣਾ ਹੈਗਾ। ਹੋਰ ਉਹਦੇ 'ਚ ਫਿਰ ਕੀ ਰਹਿ ਗਿਆ? ਜਦੋਂ ਕਿਸਾਨ ਨੂੰ ਖੁਦ ਹੀ ਅਧਿਕਾਰ ਦਿੱਤਾ ਕਿ ਭਾਈ ਤੁਸੀਂ ਕਰ ਲਓ ਜੋ ਕਰਨਾ, ਤੇ ਫਿਰ ਉਹਦੇ 'ਚ ਕੋਈ ਕਮੀ ਰਹਿ ਗਈ? ਤੇ ਇਹ ਇਹੀ ਕਿਉਂ ਕਹਿਣਾ ਚਾਹੁੰਦੇ ਆ ਵੀ ਇਹ ਰੱਦ ਹੋ ਗਿਆ, ਉਹ ਕਰਨਾ ਚਾਹੁੰਦੇ ਆ। ਇਹ ਉਸ ਤੋਂ ਬਿਨਾਂ ਹੀ ਇਹਨਾਂ ਨੂੰ ਸਾਰਾ ਅਧਿਕਾਰ ਦੇ ਦਿੰਦੇ ਆ, ਜੋ ਮਰਜ਼ੀ ਬਣਾ ਲਓ। ਜੇ ਉਸ ਦੇ ਵਿੱਚ ਵੀ ਇਹ ਤਿਆਰ ਨਹੀਂ ਹੈਗੇ ਤਾਂ ਫਿਰ ਕੀ ਕਰ ਸਕਦੇ ਆ? ਇਹ ਤਾਂ ਇਹਨਾਂ ਦੀ ਫਿਰ ਇਹਨਾਂ ਦੀ ਮਨਸ਼ਾ ਨਹੀਂ ਸਮਝ ਆ ਰਹੀ। ਜੇ ਉਸ 'ਚ ਵੀ ਤਿਆਰ ਬਲਵੰਤ ਜੀ ਆਵਾਜ਼ ਪਹੁੰਚ ਰਹੀ ਹੈ ਤਾਂ ਦੇਖੋ ਨਵਾਂ ਪ੍ਰਪੋਜ਼ਲ ਹੈ, ਨਿਊਜ਼ 18 ਪੰਜਾਬ ਤੇ ਨਵਾਂ ਪ੍ਰਪੋਜ਼ਲ ਦੇ ਰਹੇ ਆ ਕਿਸਾਨਾਂ ਨੂੰ ਗਰੇਵਾਲ ਸਾਹਿਬ ਸਰਕਾਰ ਦੇ ਬਿਹਾਫ ਉੱਤੇ। ਬਲਵੰਤ ਜੀ ਸਰਕਾਰ ਪਹਿਲਾਂ ਗਰੇਵਾਲ ਨੇ ਸਰਕਾਰ ਨੂੰ ਪੁੱਛ ਲਿਆ, ਸਾਨੂੰ ਪ੍ਰਪੋਜ਼ਲ ਦੇ ਰਿਹਾ, ਕੋਈ ਇਤਰਾਜ਼ ਨਹੀਂ। ਪਹਿਲਾਂ ਸਰਕਾਰ ਨੂੰ ਪੁੱਛ ਲਿਆ ਗਰੇਵਾਲ ਨੇ, ਤਾਂ ਸਾਡੇ ਨਾਲ ਗੱਲ ਕਰੇ। ਅਜੇ ਗਰੇਵਾਲ ਕੋਲ ਤਾਂ ਕੋਈ ਅਧਿਕਾਰ ਹੀ ਨਹੀਂਗਾ ਗੱਲ ਕਰਨ ਦਾ। ਪੁੱਛਿਆ ਹੋਇਆ ਜੀ, ਬਿਲਕੁਲ ਨਹੀਂ ਸਮਝਦੇ। ਅਸੀਂ ਤਾਂ ਵੈਸੇ ਡਿਬੇਟ ਤੇ ਬੈਠੇ ਹੋਏ ਆ, ਜੋ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਏ ਨੇ ਉਹਨਾਂ ਇਲਜ਼ਾਮਾਂ ਦੀ ਟਿੱਪਣੀ ਪਰੋਂ ਅਸੀਂ ਇੱਥੇ ਸਾਫ਼ ਕਰ ਦਿੱਤਾ ਵੀ ਬਿਲਕੁਲ ਗਰੇਵਾਲ ਝੂਠ ਮਾਰਦਾ। ਇੰਨੀ ਉਮਰ ਹੋ ਗਈ ਹੈ। ਦੇਖੋ ਇਹ ਕਿਸੇ ਗੱਲ ਤੇ ਨਹੀਂ ਗੌਰਵ ਜੀ ਆਉਣਾ ਚਾਹੁੰਦੇ, ਇਹ ਕਿਸੇ ਗੱਲ ਤੇ ਨਹੀਂ ਆਉਣਾ ਚਾਹੁੰਦੇ। ਹੋਟਲਾਂ ਵਿੱਚ ਰਹਿੰਦੇ, ਇਹੀ ਪ੍ਰਪੋਜ਼ਲ ਇਹਨਾਂ ਨੂੰ ਆਲਰੇਡੀ ਸਾਡੇ ਮੰਤਰੀ ਜੀ ਨੇ ਦਿੱਤੀ ਆ। ਇਹ ਕਿਸੇ ਗੱਲ ਤੇ ਨਹੀਂ ਆਉਣਾ ਚਾਹੁੰਦੇ। ਕਿਹੜੀ ਪ੍ਰਪੋਜ਼ਲ ਦੀ ਗੱਲ ਕਰਨੇ ਹੋ?
ਪਹਿਲਾਂ ਅਸੀਂ ਜਦੋਂ ਅਕਤੂਬਰ 'ਚ ਮੀਟਿੰਗਾਂ ਹੋਈਆਂ ਨੇ ਗੌਰਵ ਜੀ ਜਦੋਂ ਅਕਤੂਬਰ ਵਿੱਚ ਮੀਟਿੰਗਾਂ ਹੋਈਆਂ ਨੇ ਉਸ ਤੋਂ ਬਾਅਦ ਸਤੰਬਰ 'ਚ ਕੋਈ ਮੀਟਿੰਗ ਨਹੀਂ ਹੋਈ, ਉਸ ਤੋਂ ਬਾਅਦ ਮੀਟਿੰਗ ਨਹੀਂ ਹੋਈ। ਉਦੋਂ ਅਸੀਂ 15 ਪ੍ਰਸਤਾਵ ਲਿਖ ਕੇ ਦਿੱਤੇ ਨੇ, ਉਹਨਾਂ ਵਿੱਚੋਂ ਅਜੇ 6-7 ਹੀ ਸਾਨੂੰ ਗਿਣਾਏ ਗਏ ਨੇ, ਬਾਕੀ ਦੇ ਸਾਡੇ 8-9 ਪ੍ਰਸਤਾਵ ਕਿੱਥੇ ਚਲੇ ਗਏ ਨੇ। ਕਾਨੂੰਨਾਂ ਵਿੱਚ ਮੰਤਰੀ ਸਾਹਿਬ ਕਮੀਆਂ ਮੰਨ ਚੁੱਕੇ ਨੇ, ਅਮਿਤ ਸ਼ਾਹ ਕਮੀਆਂ ਮੰਨ ਚੁੱਕੇ ਨੇ, ਗਰੇਵਾਲ ਕਹਿੰਦਾ ਕਮੀ ਹੈ ਨਹੀਂ ਕਿ ਕੋਈ। ਜੇ ਕਮੀਆਂ ਨਹੀਂ ਸੀ ਹੈਗੀਆਂ, ਤੁਹਾਨੂੰ ਕਮੀ ਨਹੀਂ ਨਜ਼ਰ ਆਉਂਦੀ, ਤੁਹਾਡੇ ਵੱਡੇ ਲੀਡਰਾਂ ਨੂੰ ਕਮੀ ਨਜ਼ਰ ਆਈ ਹੈ, ਕਿਸਾਨਾਂ ਕੋਲ ਮੰਨੇ ਨੇ ਉਹ। ਇਹ ਗਲਤ ਗੱਲ ਨਹੀਂ ਆਈ। ਮੇਰੀ ਗੱਲ ਸੁਣ ਲਓ ਗੌਰਵ ਜੀ, ਨਹੀਂ ਆਈ ਜੀ। ਉਹ ਸਾਡੇ ਕੋਲ ਪ੍ਰੂਫ, ਮੰਤਰੀ ਨੇ ਕੀ ਕਿਹਾ, ਸਾਡੇ ਕੋਲ ਗੌਰਵ ਜੀ ਪ੍ਰੂਫ ਹੈਗਾ। ਜਿਹੜੇ ਤੁਸੀਂ ਸੁਝਾਅ ਦੇ ਰਹੇ ਹੋ ਇਹ ਇਹਨਾਂ ਕਾਨੂੰਨਾਂ 'ਚ ਜੋੜ ਰਹੇ ਆ, ਕੱਟ ਕੁਛ ਨਹੀਂ ਰਹੇ। ਜੇ ਕਮੀ ਹੁੰਦੀ ਤਾਂ ਉਹਨੂੰ ਕੱਟ ਦੇ, ਉਹਦੇ ਜੋੜੀਆਂ ਗਈਆਂ ਇਹਨਾਂ ਦੀਆਂ ਗੱਲਾਂ, ਇਹਨਾਂ ਦੇ ਖਦਸ਼ੇ ਦੂਰ ਕਰਨ ਦੇ ਲਈ। ਕਾਨੂੰਨਾਂ 'ਚ ਕੋਈ ਕਮੀ ਨਹੀਂ ਸੀ ਤੇ ਉਹ ਇਹਨਾਂ ਨੇ ਉਹਨਾਂ ਨੂੰ ਫਿਰ ਮੰਨਿਆ ਵੀ। ਔਰ ਉਸ ਤੋਂ ਬਾਅਦ ਇਹਨਾਂ ਨੂੰ ਇਹ ਵੀ ਆਫਰ ਦਿੱਤੀ, ਇਹ ਰਾਜੇਵਾਲ ਜੀ ਨੂੰ ਪੁੱਛ ਲੈਣ ਜਾ ਕੇ ਕਿ ਬਈ 5 ਮੈਂਬਰ ਦੀ ਕਮੇਟੀ ਤੁਸੀਂ ਦੇ ਦਿਓ ਤੇ 5 ਦੀ ਅਸੀਂ ਸਰਕਾਰ ਵੱਲੋਂ ਦੇ ਦਿੰਨੇ ਆ, ਜੋ ਕਾਨੂੰਨਾਂ 'ਚ ਤੁਸੀਂ ਭਰਨਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਉਹ ਬੈਠ ਕੇ ਕਰ ਲਓ। ਆ ਵੀ ਕਿਹਾ। ਉਸ ਦੇ ਬਾਵਜੂਦ ਫਿਰ ਕਾਨੂੰਨ ਬਦਲਣ 'ਚ ਰੱਦ ਕਰਨ 'ਚ ਕੀ ਰਹਿ ਗਿਆ? ਭਾਸ਼ਾ ਹੀ ਇੱਕ ਅੰਤਰ ਆ ਨਾ। ਇਹ ਕੁਝ ਹੋਰ ਕਰਨਾ ਚਾਹੁੰਦੇ ਆ, ਇਹ ਉਹ ਕਮਿਊਨਿਸਟਾਂ ਦੀ ਗੱਲ ਕਰਨਾ ਚਾਹੁੰਦੇ ਆ, ਉਹ ਨਹੀਂ ਹੋਣੀ ਇੱਥੇ। ਆ ਗੱਲ ਹੈ ਇਹਨਾਂ ਦੀ। ਬਲਵੰਤ ਜੀ ਦੇਖੋ, ਬਾਰ-ਬਾਰ ਕਮਿਊਨਿਸਟਾਂ ਦਾ ਜ਼ਿਕਰ ਹੋ ਰਿਹਾ ਹੈ, ਉਹ ਕਹਿ ਰਹੇ ਨੇ ਕਿ ਜਿੱਥੇ ਪ੍ਰਦਰਸ਼ਨ ਚੱਲਣਾ ਚਾਹੀਦਾ ਸੀ ਉਸ ਲਾਈਨ ਦੇ ਉੱਤੇ ਨਹੀਂ ਹੈ। ਗਰੇਵਾਲ ਜੀ ਦੇਖੋ, ਗਰੇਵਾਲ ਸਾਨੂੰ ਗਲਤ ਬੋਲਦੇ ਨੇ ਵਾਰ-ਵਾਰ। ਗੌਰਵ ਜੀ ਗੱਲ ਇਹ ਹੈਗੀ ਹੈ, ਸਾਨੂੰ ਅੱਤਵਾਦੀ ਕਹਿੰਦੇ ਨੇ, ਸਾਨੂੰ ਮਾਓਵਾਦੀ ਕਹਿੰਦੇ ਨੇ, ਸਾਨੂੰ ਨਕਸਲਵਾਦੀ ਕਹਿੰਦੇ ਨੇ। ਦੇਸ਼ ਦਾ ਕਿਸਾਨ ਜਦੋਂ ਕੁਰਬਾਨੀ ਕਰਦਾ ਉਦੋਂ ਦੇਸ਼ ਭਗਤ ਹੁੰਦਾ, ਤੇ ਜਦੋਂ ਆਪਣੇ ਹੱਕ ਲੈਣ ਵਾਸਤੇ ਆਉਂਦਾ ਉਦੋਂ ਅੱਤਵਾਦੀ ਨੇ। ਜਿਹੜਾ ਅਨਾਜ ਅਸੀਂ ਪੈਦਾ ਕਰਦੇ ਹਾਂ ਮੰਡੀਆਂ ਵਿੱਚ ਆਉਂਦਾ, ਉਸੇ ਅਨਾਜ ਦੀ ਰੋਟੀ ਗਰੇਵਾਲ ਖਾਂਦਾ, ਉਸੇ ਅਨਾਜ ਦੀ ਰੋਟੀ ਦੇਸ਼ ਦਾ ਪ੍ਰਧਾਨ ਮੰਤਰੀ ਖਾਂਦਾ, ਉਸੇ ਅਨਾਜ ਦੀ ਰੋਟੀ ਖੇਤੀਬਾੜੀ ਮੰਤਰੀ ਤੋਮਰ ਖਾਂਦਾ। ਕੀ ਸਾਡਾ ਅਨਾਜ ਵੀ ਅੱਤਵਾਦੀ ਹੈ? ਸਾਡਾ ਅਨਾਜ ਵੀ ਅੱਤਵਾਦੀ ਹੈ ਕਿ ਸਾਰੇ ਦੇਸ਼ ਦੇ ਜਿੰਨੇ ਇਹ ਗੱਲ ਨੂੰ ਗਲਤ ਪਾਸੇ ਲੈ ਕੇ ਜਾ ਰਹੇ ਮੱਧ ਪ੍ਰਦੇਸ਼, ਇਹ ਗਲਤ ਪਾਸੇ ਲੈ ਕੇ ਜਾ ਰਹੇ। ਮੈਂ ਕਿਸਾਨਾਂ ਨੂੰ ਬਿਲਕੁਲ ਗਲਤ ਨਹੀਂ ਕਹਿੰਦਾ। ਮਹਾਰਾਸ਼ਟਰ, ਉੱਤਰ ਪ੍ਰਦੇਸ਼। ਗੌਰਵ ਜੀ ਮੇਰੀ ਗੱਲ ਸੁਣ ਲਓ ਪਹਿਲਾਂ, ਇਹਨਾਂ ਦੀ ਕਲੈਰੀਫਿਕੇਸ਼ਨ ਦੇ ਦੇਣਾ। ਅੱਤਵਾਦੀ ਜੀ ਬਿਲਕੁਲ ਗਰੇਵਾਲ ਸਾਹਿਬ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਮੇਰੇ ਬਾਰੇ ਇਹ ਗਲਤ ਪ੍ਰਚਾਰ ਕਰ ਰਹੇ ਆ। ਮੈਂ ਕਿਸਾਨਾਂ ਬਾਰੇ ਕੁਝ ਨਹੀਂ ਕਹਿੰਦਾ, ਮੈਂ ਵੀ ਕਿਸਾਨਾਂ ਚੋਂ ਹੀ ਆ। ਨਾ ਕਿਸਾਨ ਕਾਨੂੰਨ ਤੋੜਦਾ, ਕਿਸਾਨ ਸ਼ਾਂਤੀ ਪ੍ਰਿਆ। ਇਹ ਜਿਹੜੇ ਕਿਸਾਨ ਲੀਡਰ ਨੇ ਇਹਨਾਂ ਦੇ ਵਿੱਚ ਅਲੱਗ-ਅਲੱਗ ਵਿਚਾਰਧਾਰਾ ਦੇ ਲੋਕ ਆ। ਕਿ ਆਪਣੇ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ, ਉਹਨਾਂ ਦੀ ਜਥੇਬੰਦੀ ਇਹਨਾਂ ਦੀ ਸਭ ਤੋਂ ਬੜੀ ਹੈ ਵੈਸੇ, ਪਰ ਉਹ ਮਾਰਕਸਿਸਟ ਲੈਨਿਸਟ ਨਾਗੀ ਰੈਡੀ ਗਰੁੱਪ ਨਹੀਂ ਹੈਗਾ, ਉਹ ਹੈਗਾ ਜੋਗਿੰਦਰ ਯਾਦਵ। ਕੀ ਹੈ ਇਹਦੇ ਬਾਰੇ ਪਤਾ? ਹਨਨ ਮੌਲਾ ਤਾਂ ਕਮਿਊਨਿਸਟ ਪਾਰਟੀ ਦਾ MP ਹੈਗਾ ਰਿਹਾ, ਤੇ ਉਹ ਤਾਂ ਕਮਿਊਨਿਸਟ ਹੈਗਾ। ਤੇ ਇਹ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਹੈਗੇ। ਇਹਨਾਂ 'ਚ ਇਹ ਕਹਿੰਦੇ ਮੈਂ ਕਿਸਾਨਾਂ ਨੂੰ ਅੱਤਵਾਦੀ ਕਹਿਣਾ, ਕਿਸਾਨਾਂ ਨੂੰ ਆਹ ਕਹਿਣਾ। ਕਿਸਾਨਾਂ ਨੂੰ ਨਹੀਂ ਕਹਿੰਦਾ, ਜਿਹੜੇ ਮਾਓਵਾਦੀ ਉਹ ਨੇ ਜਿਹੜੇ ਅੱਗੇ ਲੀਡ ਕਰਦੇ ਆ। ਕਿਸਾਨਾਂ ਨੂੰ ਤਾਂ ਪਤਾ ਹੀ ਨਹੀਂ ਇਹ ਕੌਣ ਨੇ, ਕੀ ਕਰ ਰਹੇ ਨੇ, ਕੀ ਇਹਨਾਂ ਦੀ ਮਨਸ਼ਾ। ਹੁਣ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, ਜਦੋਂ ਤਾਹਿਰ ਹੁਸੈਨ ਜਿਹੜਾ ਦਿੱਲੀ ਦੰਗਿਆਂ ਦਾ ਦੋਸ਼ੀ ਆ ਉਹਦੀ ਫੋਟੋ ਲੈ ਕੇ ਬੈਠ ਗਏ ਤਾਂ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਕਿਉਂ ਲੈ ਕੇ ਬੈਠ ਗਏ? ਕਹਿੰਦੇ ਸਾਡੀ ਵਿਚਾਰਧਾਰਾ ਹੈ, ਅਸੀਂ ਤਾਂ ਇਹਨਾਂ ਨੂੰ ਛੁਡਵਾਉਣਾ ਹੈਗਾ, ਇਹਨਾਂ ਤੇ ਜ਼ੁਲਮ ਹੋ ਰਿਹਾ। ਉਹ ਦਿੱਲੀ ਦੰਗਿਆਂ ਦਾ ਦੋਸ਼ੀ ਆ, ਉਹਨੂੰ ਛੁਡਵਾਉਣ ਦੀ ਗੱਲ ਕਰਦੇ ਆ। ਵੀ ਅੱਤਵਾਦੀ ਕੌਣ ਹੈ, ਵੱਖਵਾਦੀ ਕੌਣ ਹੈ? ਬਲਵੰਤ ਜੀ ਕਲੀਅਰ ਕਰੋ ਸਰ। ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਨੂੰ ਨਹੀਂ ਕਹਿ ਰਹੇ, ਮੈਂ ਕਿਸਾਨ ਲੀਡਰਾਂ ਨੂੰ ਕਹਿ ਰਹੇ ਹਾਂ। ਬਿਲਕੁਲ ਜੀ, ਕਿਸਾਨ ਲੀਡਰ ਵੀ ਕਿਸਾਨਾਂ ਦੇ ਵਿੱਚੋਂ ਨੇ, ਕਿਸਾਨਾਂ ਤੋਂ ਬਾਹਰ ਨਹੀਂ ਹੈਗੇ। ਇਹ ਬਿਲਕੁਲ ਗਲਤ ਇਲਜ਼ਾਮ ਲਾਉਂਦੇ ਨੇ। ਇਹ ਨਿਜ਼ਾਮ ਕਦੀ ਵਾਸਤੇ ਬਰਦਾਸ਼ਤ ਨਹੀਂ ਹੋਣਗੇ। ਗਰੇਵਾਲ ਤਾਂ ਪਹਿਲਾਂ ਕਹਿੰਦਾ ਸੀ ਮੈਂ ਪੰਜਾਬ ਆਵਾਂਗਾ, ਮੈਨੂੰ ਹੱਥ ਲਾ ਕੇ ਦਿਖਾਓ, ਤੇ ਫਿਰ ਇਹ ਪੰਜਾਬ ਵੜਿਆ ਨਹੀਂਗਾ। ਬਾਅਦ ਚ ਮੈਂ ਵਿਗਿਆਨ ਭਵਨ ਦੇ ਵਿੱਚ ਖੁਦ ਇਹਨੂੰ ਕਹਿ ਚੁੱਕਾ ਵੀ ਗਰੇਵਾਲ ਤੁਸੀਂ ਹੋ? ਕਹਿੰਦੇ ਹਾਂ ਮੈਂ ਗਰੇਵਾਲ ਹਾਂ। ਦੇਖੋ ਪੁੱਛ ਲਓ ਇਹਨੂੰ 40 ਸਾਲ ਕੰਪਲੀਟ ਕਰ ਲਓ ਤੁਸੀਂ ਆਪਣੀ ਗੱਲ। ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ, ਜੇ ਇਸ ਤਰ੍ਹਾਂ ਦੀਆਂ ਗੱਲਾਂ ਗੌਰਵ ਜੀ ਕਰਨਗੇ ਤੇ ਇਹ ਤੁਹਾਡੇ ਸਾਹਮਣੇ ਇਹ 84 ਵਾਲਾ ਇਹ ਮਾਹੌਲ ਪੈਦਾ ਕਰਦੇ ਨੇ। ਅਸੀਂ ਨਹੀਂ ਕਰਦੇ, ਅਸੀਂ ਤਾਂ ਆਪਣੇ ਬੱਚਿਆਂ ਸਮੇਤ ਹੱਕ ਸੱਚ ਦੀ ਲੜਾਈ ਲੜਦੇ ਪਏ ਆ, ਔਰ ਹੱਕ ਸੱਚ ਦੀ ਲੜਾਈ ਦੇ ਉੱਪਰ ਜਿੱਤ ਪ੍ਰਾਪਤ ਕਰਕੇ ਜਾਵਾਂਗੇ। ਦੇਖੋ ਹੋਣਾ ਤਾਂ ਨਹੀਂ ਚਾਹੀਦਾ ਕਿ 84 ਵਰਗੇ ਦਾ 84 ਦੇ ਮਾਹੌਲ ਦਾ ਜ਼ਿਕਰ ਹੋ 9 ਮਹੀਨੇ ਅੰਦੋਲਨ ਲੜਿਆ ਸੀਗਾ, 9 ਮਹੀਨੇ ਉਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋ ਰਿਹਾ। ਦੇਖੋ ਜਿਹੜੀਆਂ ਧਮਕੀਆਂ ਦਿੰਦੇ ਆ, ਬੀਜੇਪੀ ਦੇ ਲੋਕਾਂ ਨੂੰ ਵੜ ਨਹੀਂ ਦੇਵਾਂਗੇ, ਬੀਜੇਪੀ ਦੇ ਲੋਕਾਂ ਨੂੰ ਆ ਨਹੀਂ ਕਰਨ ਦੇਵਾਂਗੇ, ਇਹਦਾ ਮਤਲਬ ਫਿਰ ਇਹੀ ਕਰਵਾ ਰਹੇ ਆ।
ਇਹੀ ਇਹ ਕੰਮ ਕਰ ਰਹੇ ਆ। ਅਸੀਂ ਤਾਂ ਸੋਚਦੇ ਸੀ ਵੀ ਕਿਸਾਨ ਦੇ ਜੀ। ਮੋਢਿਆਂ ਤੇ ਚੜ ਕੇ ਉਹਦੀ ਇੱਕ ਬੰਦੂਕ ਕੋਈ ਹੋਰ ਚਲਾ ਰਿਹਾ, ਜੇ ਆਹ ਧਮਕੀਆਂ ਦੇ ਰਹੇ ਆ, ਮੈਨੂੰ ਨਾ ਤਾਂ ਕੋਈ ਪੰਜਾਬ ਵੰਡ ਤੋਂ ਰੋਕ ਸਕਦਾ ਤੇ ਨਾ ਹੀ ਮੈਨੂੰ ਕਿਤੇ ਜਾਣ ਆਉਣ ਤੋਂ ਰੋਕ ਸਕਦਾ। ਇਹਦਾ ਮਤਲਬ ਸਾਡੀ ਇਹ ਜ਼ੁਬਾਨ ਬੰਦ ਕਰਨਾ ਚਾਹੁੰਦੇ ਆ, ਅਸੀਂ ਕੋਈ ਸੱਚੀ ਗੱਲ ਨਾ ਕਹਿ ਸਕੀਏ, ਇਹ ਕਰਨਾ ਚਾਹੁੰਦੇ ਆ। ਇਹ ਤੁਸੀਂ ਇਹਨਾਂ ਦੀਆਂ ਗੱਲਾਂ ਸੁਣ ਲਓ, ਇਹ ਕੀ ਕਰ ਰਹੇ ਆ। ਬਲਵੰਤ ਜੀ, ਤੁਸੀਂ ਧਮਕੀਆਂ ਦੇ ਰਹੇ ਹੋ, ਇਲਜ਼ਾਮ ਇਹ ਹੈ। ਗੱਲਾਂ ਠੀਕ ਨੇ ਇਹਨਾਂ ਦੇਖੋ ਦੀਆਂ? ਕਿਸਾਨ ਬਿਲਕੁਲ। ਲੀਡਰ ਧਮਕੀਆਂ ਦੇ ਰਹੇ ਸਾਨੂੰ। ਬਿਲਕੁਲ ਕੋਈ ਧਮਕੀ ਵਾਲੀ ਗੱਲ ਨਹੀਂ ਹੈਗੀ। ਧਮਕੀਆਂ ਦੇ ਇਹ ਸਾਨੂੰ ਇੱਥੋਂ ਬੈਠ ਸਰਕਾਰ ਦੀ ਬੁੱਕੜ ਵਿੱਚ ਬੈਠ ਕੇ ਇਹ ਧਮਕੀ ਦਿੰਦਾ ਸੀ ਪੰਜਾਬ ਦੇ ਕਿਸਾਨਾਂ ਨੂੰ, ਮੈਂ ਪੰਜਾਬ ਆਵਾਂਗਾ, ਮੈਨੂੰ ਰੋਕ ਕੇ ਦਿਖਾਇਆ ਜੇ। ਫਿਰ ਦੱਸਦਾ ਸਾਨੂੰ ਕਦੋਂ ਪੰਜਾਬ ਆਉਣਾ। ਅਸੀਂ ਬੈਠੇ ਉੱਥੇ, ਅਸੀਂ ਤਾਂ ਡਿੱਗਦੇ ਪਏ ਵੀ ਕਦੋਂ ਪੰਜਾਬ ਗਰੇਵਾਲ ਸਾਹਿਬ ਆਉਣ। ਇਹ ਧਮਕੀ ਵਾਲੀ ਕਿਹੜੀ ਗੱਲ ਹੈਗੀ? ਇਹ ਇਹਨਾਂ ਦੀ ਗੱਲ ਦਾ ਜਵਾਬ ਅਸੀਂ ਦੇ ਰਹੇ ਹਾਂ। ਇਹ ਧਮਕੀ ਨਹੀਂ ਹੈ। ਧਮਕੀ ਨਹੀਂ ਹੈ। ਹਾਂ, ਕੀ ਤੁਸੀਂ ਮੈਨੂੰ ਕਿਵੇਂ ਰੋਕ ਲਓਗੇ? ਨਹੀਂ ਰੋਕ ਸਕਦੇ। ਮੈਂ ਹੁਣ ਵੀ ਕਹਿਣਾ, ਮੈਨੂੰ ਨਹੀਂ ਰੋਕ ਸਕਦੇ, ਨਹੀਂ ਰੋਕ ਸਕਦੇ, ਕਿਸੇ ਨੂੰ ਨਹੀਂ ਰੋਕ ਸਕਦੇ, ਤੁਸੀਂ ਕਿਸੇ ਨੂੰ ਵੀ ਨਹੀਂ ਰੋਕ ਸਕਦੇ ਜੀ। ਬੀਜੇਪੀ ਦੇ ਬਲਵੰਤ ਸਭ ਜੀ, ਲੋਕ ਕੋਈ ਪੰਜਾਬ ਆ ਰਿਹਾ, ਕਿਵੇਂ ਰੋਕੋਗੇ ਤੁਸੀਂ? ਕੋਈ ਪੰਜਾਬ ਤਰੀਕਾ ਤੋਂ ਕੋਈ ਵੀ ਆ ਸਕਦਾ ਨਾ, ਹਿੰਦੁਸਤਾਨ ਦਾ ਜਿਹੜਾ ਨਾਗਰਿਕ ਹੈ ਉਹ ਤਾਂ ਆਏਗਾ ਹੀ। ਪੰਜਾਬ ਤਾਂ ਇਹਨਾਂ ਨੇ ਬੈਕ ਕਰਵਾ ਲਿਆ, ਇਹਨਾਂ ਦਾ ਹੀ ਹੋ ਗਿਆ। ਅਸੀਂ ਗੱਲ ਰੋਕਣ ਦੀ ਨਹੀਂ ਕੀਤੀ ਤੇ ਨਾ ਹੀ ਕਿਸੇ ਨੂੰ ਰੋਕਦੇ ਆ ਅਸੀਂ। ਇੱਕ ਮਿੰਟ, ਅਸੀਂ ਇਹ ਗੱਲ ਕਹੀ ਹੈਗੀ ਇਹ ਕਹਿੰਦਾ ਸੀ ਮੈਂ ਪੰਜਾਬ ਆਵਾਂਗਾ, ਮੈਨੂੰ ਕੋਈ ਹੱਥ ਲਾ ਕੇ ਵਿਖਾਵੇ, ਮੈਨੂੰ ਇਹ ਕਰਕੇ ਧਮਕੀ ਤਾਂ ਇਹ ਦਿੰਦਾ ਸੀ। ਅਸੀਂ ਤਾਂ ਇਹਦੀ ਧਮਕੀ ਦਾ ਜਵਾਬ ਦਿੱਤਾ ਇਹਨੂੰ। ਅਸੀਂ ਧਮਕੀ ਦੇਣ ਵਾਲੇ ਕੌਣ ਹੁੰਨੇ ਆ ਜੀ? ਧਮਕੀਆਂ ਇਹ ਲੋਕ ਦਿੰਦੇ ਨੇ। ਨਹੀਂ, ਜੇ ਹੁਣ ਪੰਜਾਬ ਆਉਂਦੇ ਤਾਂ ਕੀ ਹੋਏਗਾ? ਇਹ ਕਰਾ ਦੇਗੇ ਅਸੀਂ, ਨਹੀਂ, ਗਰੇਵਾਲ ਸਾਹਿਬ ਜੇ ਕੱਲ ਨੂੰ ਪੰਜਾਬ ਪਹੁੰਚੇ ਤਾਂ ਕੀ ਹੋਏਗਾ? ਉਹ ਦੇਖੋ, ਅਸੀਂ ਵਿਰੋਧ ਕਰਾਂਗੇ ਇਸ ਗੱਲ ਦਾ ਵੀ ਸਰਕਾਰ ਦੀ ਬੁੱਕੜ ਵਿੱਚ ਬੈਠ ਕੇ ਇਹ ਸਾਨੂੰ ਧਮਕੀਆਂ ਦਿੰਦੇ ਨੇ। ਜਦੋਂ ਉੱਥੇ ਪਹੁੰਚਣਗੇ ਪੰਜਾਬ ਦੇ ਵਿੱਚ ਅਸੀਂ ਘੇਰਾਂਗੇ ਜਿਵੇਂ ਦੂਜੇ ਲੀਡਰ ਘੇਰੀ ਦੀ ਆ। ਇਹ ਸਾਡੇ ਲੀਡਰਾਂ ਨੂੰ ਤੁਸੀਂ ਪੰਜਾਬ ਆਓਗੇ ਤਾਂ ਵਿਰੋਧ ਹੋਏਗਾ ਤੁਹਾਡਾ। ਸ਼ਬਦਾਂ ਲਈ ਵਰਤੇ ਨੇ ਅੱਜ ਵੀ ਸਟੇਟ ਤੋਂ ਪੰਜਾਬ ਦੀਆਂ ਮੈਨੂੰ ਘੇਰ ਲੈਣ ਜਿੱਥੇ ਘੇਰਨਾ। 32 ਕਿਸਾਨ ਜਥੇਬੰਦੀ ਧਮਕੀਆਂ ਦੇਣੀਆਂ ਬੰਦ ਕਰਨ, ਕਿਹਾ ਹੈਗਾ ਇਹ ਕਿਸੇ ਤੇ ਧਮਕੀਆਂ ਨਹੀਂ ਚੱਲਣੀਆਂ। ਪੰਜਾਬ ਦੇ ਵਿੱਚ ਬਲਵੰਤ ਜੀ ਉਹ ਕਹਿੰਦੇ ਮੈਂ ਆਲਰੇਡੀ ਪੰਜਾਬ 'ਚ, ਮੈਂ ਹੁਣ ਪੰਜਾਬ 'ਚ ਹੀ ਬੈਠਾ। 32 ਸ਼ਬਦਾਂ ਲਈ ਵਰਤੇ ਨੇ। ਹਾਂਜੀ ਲਾ ਦੱਸੋ। ਇਹ ਕਹਿੰਦੇ ਮੈਂ ਤਾਂ ਪੰਜਾਬ ਪਹੁੰਚ ਚੁੱਕਿਆ ਹਾਂ, ਮੈਂ ਹੁਣ ਪੰਜਾਬ 'ਚ ਹੀ ਬੈਠਾ। ਕੋਈ ਗੱਲ ਨਹੀਂ, ਪੰਜਾਬ ਪਹੁੰਚੇ ਨੇ ਤਾਂ ਸਾਡੇ ਵਲੰਟੀਅਰ ਹੈਗੇ ਨੇ। ਕੋਈ 10 ਦਿਨ ਜਿੱਥੇ ਹੈਗੇ ਨੇ ਅਸੀਂ ਮਿਲਾਂਗੇ, ਤਾਂ ਬੰਦ ਨਾ ਕਰੋ ਲੋਕਾਂ ਦੀ, ਉੱਥੇ ਬੈਠ ਕੇ ਗੱਲਬਾਤ ਕਰ ਲਾਂਗੇ ਆਪਾਂ, ਕੋਈ ਚੱਕਰ ਨਹੀਂ ਹੈਗਾ। ਗਰੇਵਾਲ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਗਰੇਵਾਲ ਸਾਹਿਬ, ਹਾਂਜੀ, ਉਹ ਇਲਜ਼ਾਮ ਲਗਾ ਰਹੇ ਨੇ ਕਿ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋ ਤੁਸੀਂ, ਤੁਹਾਡੇ ਅਲਫਾਜ਼ਾਂ ਤੇ ਇਤਰਾਜ਼ ਹੈ। ਮੈਂ ਕੋਈ ਭੱਦੀ ਸ਼ਬਦਾਵਲੀ ਨਹੀਂ ਵਰਤਦਾ। ਮੈਂ ਆਪਣੀ ਸਰਕਾਰ ਦੀ ਗੱਲ ਦੱਸਦਾ ਕਿ ਵੀ ਇਹ ਕਾਨੂੰਨ ਰੱਦ ਨਹੀਂ ਹੋਣੇ ਔਰ ਕਾਨੂੰਨ ਠੀਕ ਨੇ, ਪਰ ਉਹਨਾਂ ਲੋਕਾਂ ਦੀ ਜਿਹੜੇ ਸੜਕਾਂ ਤੇ ਬੈਠੇ ਆ ਕਿਸਾਨ, ਉਹਨਾਂ ਦੀ ਰਿਸਪੈਕਟ ਕੀਤੀ ਹੈ ਸਰਕਾਰ ਨੇ। ਉਹਨਾਂ ਕਰਕੇ ਸਾਰੀਆਂ ਜਿਹੜਾ ਇਹਦੇ ਜੋੜਨ ਦੀਆਂ ਗੱਲਾਂ ਸੀ, ਜੋ ਖਦਸ਼ੇ ਸੀ ਦੂਰ ਕਰਨ ਲਈ ਸਰਕਾਰ ਤਿਆਰ ਆ। ਅਸੀਂ ਨਾ ਤਾਂ ਕਿਸੇ ਨੂੰ ਅਪਸ਼ਬਦ ਕਹਿੰਦੇ ਆ ਤੇ ਨਾ ਕਿਸ ਤੋਂ ਕਹਾਉਂਦੇ ਆ। ਇਹ ਹੀ ਆ ਧਮਕੀਆਂ ਦਿੰਦੇ ਆ ਕਿ ਅਸੀਂ ਤੁਹਾਡੇ ਬੰਦਿਆਂ ਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ, ਤੁਹਾਡੇ ਵਪਾਰਕ ਅਦਾਰੇ ਬੰਦ ਕਰ ਦੇਵਾਂਗੇ, ਬੀਜੇਪੀ ਨੂੰ ਘੁੰਮਣ ਨਹੀਂ ਦੇਵਾਂਗੇ। ਆ ਤੁਹਾਡੇ ਸਾਹਮਣੇ ਹੀ ਕਹਿ ਰਹੇ ਸਾਰੀਆਂ ਗੱਲਾਂ। ਇਹ ਕੋਈ ਅਮਨ ਪਸੰਦ ਲੋਕਾਂ ਦੀਆਂ, ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੀਆਂ ਗੱਲਾਂ ਨਹੀਂ ਹੋਇਆ ਕਰਦੀਆਂ। ਇਹ ਤਾਂ ਗੁੰਡਾਗਰਦੀ ਹੈ ਸਿੱਧੀ। ਇਹ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ। ਇਸ ਨੂੰ ਬੰਦ ਕਰਵਾਓ। ਇਸ ਨੂੰ ਟੀਵੀ ਚੈਨਲਾਂ ਤੇ ਵੀ ਜਿਹੜੇ ਲੋਕ ਕਾਨੂੰਨ ਦਾ ਰੱਦ ਨਹੀਂ ਹੋਣੇ ਤੁਹਾਡੇ ਸਾਹਮਣੇ ਦੇ ਰਹੇ ਆ, ਕਹਿੰਦੇ ਗੁੰਡਾਗਰਦੀ ਹੈ। ਇੱਕ ਮਿੰਟ ਜੀ ਬਲਵੰਤ ਜੀ, ਇੱਕ ਮਿੰਟ ਜੀ, ਗੁੰਡਾਗਰਦੀ ਤਾਂ ਇਹਨਾਂ ਲੋਕਾਂ ਨੇ ਕੀਤੀ ਆ। ਇਹਨਾਂ ਦੀਆਂ ਵੀਡੀਓ ਕੋਲ ਹੈਗੀਆਂ ਨੇ, ਇਹਨਾਂ ਦਾ ਸਾਰਾ ਕੁਝ ਸਾਡੇ ਕੋਲ ਹੈਗਾ। ਅਸੀਂ ਗੌਰਵ ਜੀ ਤੁਹਾਨੂੰ ਭੇਜ ਦਿਆਂਗੇ। ਗੁੰਡਾਗਰਦੀ ਕਰਨ ਵਾਲੀ ਤਾਂ ਇਹਨਾਂ ਕੀਤੀ ਆ। ਜਦੋਂ ਅੰਦੋਲਨ ਚੱਲਿਆ ਸੀ ਉਦੋਂ ਗਰੇਵਾਲ ਦੇ ਬਿਆਨ ਹੋਣੇ ਸ਼ੁਰੂ ਹੋ ਗਏ ਸੀ, ਅਸੀਂ ਇਹ ਕਰ ਦੇਂਗੇ, ਅਸੀਂ ਉਹ ਕਰ ਦੇਂਗੇ, ਅਸੀਂ ਪੰਜਾਬ ਬਣਾਂਗੇ, ਸਾਨੂੰ ਕੋਈ ਰੋਕ ਕੇ ਦਿਖਾਵੇ। ਇਹਨਾਂ ਨੂੰ ਪੁੱਛੋ, ਇਹਨਾਂ ਨਹੀਂ ਕਿਹਾ। ਅਸੀਂ ਤਾਂ ਗੁੰਡਾਗਰਦੀ ਕਰਦੇ ਹੀ ਨਹੀਂ। ਗੁੰਡਾਗਰਦੀ ਤਾਂ ਇਹ ਲੋਕ ਕਰਦੇ ਨੇ ਕੁਰਸੀਆਂ ਤੇ ਬੈਠ ਕੇ। ਤੁਹਾਡੇ ਸਾਹਮਣੇ ਪੰਜਾਬ ਦਾ ਹੀ ਰਹਿਣ ਵਾਲਾ ਕਹਿੰਦਾ ਕਾਨੂੰਨ ਰੱਦ ਨਹੀਂ ਹੋਣੇ। ਇੱਥੇ ਤੁਸੀਂ ਜੇ ਇੱਥੇ ਅਸੀਂ ਆ, ਇਹ ਕਾਨੂੰਨ ਰੱਦ ਹੋਣਗੇ, ਹੋ ਕੇ ਰਹਿਣਗੇ। ਸਾਨੂੰ ਭਾਵੇਂ ਇੱਥੇ ਜਿੰਨਾ ਚਿਰ ਮਰਜ਼ੀ ਬੈਠਣਾ ਪਏ, ਸਾਲ ਬਹਿਣਾ ਪਏ, 2 ਸਾਲ ਬਹਿਣਾ ਪਏ, ਗਰੇਵਾਲ ਸਾਹਿਬ 10 ਸਾਲ ਬਹਿਣਾ ਪਵੇ, ਇੱਥੇ ਬੈਠਾਂਗੇ ਸ਼ਾਂਤਮਈ। ਇੱਕ ਮਿੰਟ ਗਰੇਵਾਲ ਸਾਹਿਬ, ਕਾਨੂੰਨ ਤਾਂ ਰੱਦ ਹੋਣਗੇ। ਬੈਠਾਂਗੇ ਸਾਡੇ ਤੁਸੀਂ ਕਹਿ ਰਹੇ ਹੋ ਕਾਨੂੰਨ ਰੱਦ ਨਹੀਂ ਹੋਣੇ, ਜਥੇਬੰਦੀਆਂ ਕਹਿ ਰਹੀਆਂ ਨੇ ਕਾਨੂੰਨ ਤਾਂ ਰੱਦ ਹੋਣਗੇ। ਸਾਨੂੰ ਧਮਕੀਆਂ ਦੇ ਕੇ ਸਾਡੇ ਗਲੇ ਘੁੱਟ ਕੇ ਕਾਨੂੰਨ ਰੱਦ ਕਰਾਉਣਗੇ। ਇਦਾਂ ਨਹੀਂ ਹੋਣੇ। ਇਹ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ। ਮੈਂ ਪੰਜਾਬ ਦਾ ਰਹਿਣ ਵਾਲਾ, ਮੈਨੂੰ ਪੰਜਾਬ ਚੋਂ ਕਿੱਦਾਂ ਕੱਢ ਦਿਓਗੇ? ਮੈਂ ਗੁਰੂ ਦਾ ਸਿੱਖ ਹਾਂ, ਮੇਰੀ ਸਿੱਖੀ ਦਾ ਸਰਟੀਫਿਕੇਟ ਤੁਹਾਡੇ ਕੋਲੋਂ ਲੈਣ ਦੀ ਜ਼ਰੂਰਤ ਆ? ਗੌਰਵ ਜੀ, ਕੀ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਗਰੇਵਾਲ ਸਾਹਿਬ ਦੀ ਜੀ? ਬਲਵੰਤ ਜੀ ਤੱਕ ਆਵਾਜ਼ ਨਹੀਂ ਪਹੁੰਚ ਰਹੀ, ਕੋਸ਼ਿਸ਼ ਕਰਦਾ ਮੈਂ। ਬਲਵੰਤ ਜੀ, ਤੁਹਾਡਾ ਜਵਾਬ ਚਾਹੂੰਗਾ। ਉਹ ਕਹਿ ਰਹੇ ਨੇ ਕਿ ਤੁਹਾਡੇ ਤੋਂ ਸਰਟੀਫਿਕੇਟ ਨਹੀਂ ਲੈਣਾ ਅਸੀਂ ਪੰਜਾਬ 'ਚ ਰਹਿਣ ਲਈ।
ਤੇ ਅਸੀਂ ਇਹਨਾਂ ਕੋਲੋਂ ਸਰਟੀਫਿਕੇਟ ਨਹੀਂ ਲੈਣਾ ਇੱਥੇ ਬੈਠਣ ਵਾਸਤੇ। ਅਸੀਂ ਜਿੱਥੇ ਬੈਠੇ ਹੋਏ ਆ ਸਿੰਘੂ ਬਾਰਡਰ ਤੇ, ਇਹਨਾਂ ਨੇ ਪਿੱਛੇ ਛੰਭੂ ਬਾਰਡਰ ਤੇ ਰੋਕਿਆ ਸੀ ਸਾਨੂੰ 26-27 ਤਰੀਕ ਨੂੰ, ਅਸੀਂ ਉੱਥੋਂ ਵੀ ਲੰਘ ਕੇ ਆਏ, ਇੱਥੇ ਬੈਠੇ ਆ। ਸਾਨੂੰ ਇਹਨਾਂ ਦੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ, ਨਾ ਕਿਸਾਨ ਨੂੰ ਸਰਟੀਫਿਕੇਟ ਮੰਗਿਆ, ਨਾ ਸਰਟੀਫਿਕੇਟ ਲਵਾਂਗੇ, ਨਾ ਕਿਤੋਂ ਲਿਆ। ਠੀਕ ਹੈ, ਚਲੋ ਮੈਂ ਇੱਕ ਵਾਰੀ ਫਿਰ ਵਾਪਸ ਉਸ ਮੁੱਦੇ ਦੇ ਉੱਤੇ ਆਉਣਾ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ। ਗਰੇਵਾਲ ਸਾਹਿਬ, ਸਬੂਤ ਦਿਖਾ ਸਕਦੇ ਹੋ ਕੋਈ 10,000 ਰੁਪਏ ਕਮਰੇ ਵਾਲੇ ਜਾਂ ਕੋਈ ਵੀ ਕਮਰੇ ਵਾਲੇ ਕਿ ਕਿਸਾਨ ਆਗੂ, ਇਹ 40 ਜਥੇਬੰਦੀਆਂ ਦੇ ਆਗੂ ਜਾ ਕੇ ਕਮਰਿਆਂ 'ਚ ਰਹਿੰਦੇ ਨੇ, ਜੋ ਤੁਸੀਂ ਇਲਜ਼ਾਮ ਲਗਾ ਰਹੇ ਹੋ ਲੋਕ ਜਾਣਨਾ ਚਾਹੁੰਦੇ ਨੇ। ਦੇਖੋ ਕਿ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਸਬੂਤ ਹੈ, ਦਿਖਾ ਸਕਦੇ ਹੋ ਕੋਈ ਸਬੂਤ? ਨੈਸ਼ਨਲ ਚੈਨਲ ਤੇ ਅੱਜ ਤੁਸੀਂ ਬੋਲ ਰਹੇ ਹੋ ਇਸ ਤਰ੍ਹਾਂ, ਤੁਹਾਨੂੰ ਤੁਸੀਂ ਮੇਰੇ ਮੂੰਹ ਚੋਂ ਕਹਾਉਂਦੇ ਹੋ, ਤੁਹਾਨੂੰ ਸਾਰਾ ਕੁਝ ਪਤਾ, ਕੌਣ ਕਿੱਥੇ ਰਹਿੰਦਾ, ਕੌਣ ਕਿੱਥੇ ਖਾਂਦਾ, ਕੌਣ ਪੀਂਦਾ, ਇਹ ਸਭ ਪਤਾ। ਮੈਂ ਕਈ ਮੇਰੇ ਮਿੱਤਰ ਵੀ ਨੇ ਇਹਨਾਂ ਚੋਂ, ਐਸੀ ਗੱਲ ਨਹੀਂ ਹੈ। ਇਸ ਕਰਕੇ ਮੈਂ ਉਹ ਕੰਮ ਨਹੀਂ ਕਿ ਕੌਣ ਕਿੱਥੇ ਰਹਿੰਦਾ, ਕਿਉਂ ਰਹਿੰਦਾ। ਮੈਂ ਤਾਂ ਇੱਕੋ ਗੱਲ ਤੇ ਇਸ ਗੱਲ ਮੈਨੂੰ ਕਹਿਣੀ ਪਈ ਮਜਬੂਰੀ 'ਚ ਕਿ ਹਰ ਰੋਜ਼ 1-2 ਸੜਕ ਤੇ ਪਏ ਕਿਸਾਨ ਜਿਹੜੇ ਆ, ਮਾਤਾ ਭੈਣਾਂ ਬਜ਼ੁਰਗ ਜਿਹੜੇ ਆ, ਭਗਵਾਨ ਨੂੰ ਪਿਆਰੇ ਹੋ ਜਾਂਦੇ ਆ। ਔਰ ਮੈਂ ਇਹਨਾਂ ਨੂੰ ਪ੍ਰਾਰਥਨਾ ਕਰਦਾ ਕਿ ਤੁਸੀਂ ਇੰਨੇ ਹੰਕਾਰ 'ਚ ਨਾ ਆਓ, ਤੁਸੀਂ ਸਿੱਧੀ ਇਹਨਾਂ ਤੇ ਤਰਸ ਕਰੋ, ਰਹਿਮ ਕਰੋ। ਔਰ ਸਰਕਾਰ ਤੁਹਾਡੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਆ, ਗੱਲਬਾਤ ਰਾਹੀਂ ਮੰਨਣ ਨੂੰ ਤਿਆਰ ਆ। ਤੁਸੀਂ ਕਿਉਂ ਇਹਨਾਂ ਨੂੰ ਸੜਕਾਂ ਤੇ ਬਿਠਾਇਆ ਹੋਇਆ? ਮੈਂ ਤੁਹਾਡਾ ਜਿਹੜਾ ਇਲਜ਼ਾਮ ਸੀ ਉਹ ਕਿਵੇਂ ਆਪਣੇ ਸਿੰਬੋਲਿਕ ਇੱਕ ਪ੍ਰਦਰਸ਼ਨ ਕਰਦੇ ਆ ਉਸ ਤਰੀਕੇ ਨਾਲ ਸੀ? ਨਹੀਂ ਦੇਖੋ, ਲੋਕ ਬਹੁਤ ਸਾਰੇ ਮੈਸੇਜ ਆ ਗਏ ਮੇਰੇ ਕੋਲ ਨਾ ਇਸ ਚਰਚਾ ਦੇ ਦੌਰਾਨ ਹੀ ਮੇਰੇ ਫੋਨ ਦੇ ਉੱਤੇ, ਉਹ ਕਹਿ ਰਹੇ ਨੇ ਕਿ ਦਿਖਾਓ ਸਬੂਤ ਜਿਹੜਾ ਕਿ ਜਿੱਥੇ ਜਾ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਰਹਿ ਰਹੇ ਹੁਣ ਕਮਰੇ ਦੇ ਵਿੱਚ, ਹੋਟਲ 'ਚ। ਤੁਹਾਨੂੰ ਮੰਗਵਾ ਕੇ ਸਬੂਤ ਵੀ ਦੇ ਦੇਵਾਂਗੇ ਔਰ ਤੁਸੀਂ ਉਹ ਆਪਦੇ ਕੋਲ ਰੱਖ ਲੈਣਾ, ਪਰ ਮੈਂ ਪਬਲਿਕ ਨਹੀਂ ਕਰਨ ਲਈ ਤੁਹਾਨੂੰ ਕਹੂੰਗਾ। ਉਹਦਾ ਕਾਰਨ ਇਹ ਹੈ ਕਿ ਮੈਂ ਇਹਨਾਂ ਨੂੰ ਕੋਈ ਅਪਮਾਨਿਤ ਨਹੀਂ ਕਰਨਾ ਚਾਹੁੰਦਾ, ਮੈਂ ਇਹਨਾਂ ਦੀ ਆਤਮਾ ਨੂੰ ਜਗਾਉਣਾ ਚਾਹੁੰਦਾ। ਇੰਨਾ ਹੀ ਕਿ ਭਾਈ ਇਹਨਾਂ ਤੇ ਤਰਸ ਕਰੋ, ਜਿਹੜੇ ਆ ਬੱਚੇ ਮਹਿਲਾਵਾਂ ਬਜ਼ੁਰਗ ਬੈਠੇ ਆ। ਨਹੀਂ ਦੇਖੋ ਗਰੇਵਾਲ ਸਾਹਿਬ, ਜੋ ਇਸ ਸਮੇਂ ਮਾਹੌਲ ਹੈ ਨਾ, ਹਰ ਇੱਕ ਚੀਜ਼ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ। ਇੱਕ ਮਿੰਟ ਸੁਣ ਲਓ, ਐਂਡ ਸ਼ੀਸ਼ੇ ਵਾਂਗੂ ਬਿਲਕੁਲ ਆਰ ਪਾਰ ਦਿਖੇ ਕਿ ਬਿਲਕੁਲ ਕੀ ਹੋ ਰਿਹਾ ਹੈ। ਉਹ ਗੱਲ ਤਾਂ ਸੁਣ ਲਓ, ਆਰ ਪਾਰ ਦਿਖਣਾ ਚਾਹੀਦਾ, ਟ੍ਰਾਂਸਪੇਰੈਂਸੀ ਹੋਣੀ ਚਾਹੀਦੀ। ਮੇਰੇ ਤਾਂ ਝਗੜੇ ਵਾਲੀ ਗੱਲ ਨਹੀਂ ਸਰ, ਲੋਕਾਂ ਤੱਕ ਪਹੁੰਚੇ ਜੇ ਤੁਸੀਂ ਇਲਜ਼ਾਮ ਲਗਾਏ ਨੇ। ਮੈਂ ਕਹਿੰਦਾ ਐਤਵਾਰ ਦੇ ਦਿਨ ਤੁਸੀਂ ਇੱਕ ਡਿਬੇਟ ਰੱਖ ਲੈਣੇ ਆਪਾਂ, ਤੁਸੀਂ 3 ਵਜੇ ਦਾ ਸਮਾਂ ਰੱਖ ਲਓ। ਮੈਂ ਤੁਹਾਨੂੰ ਸਬੂਤ ਦੇ ਦੂੰਗਾ। ਡਿਬੇਟ ਤੇ ਮੈਂ ਨਹੀਂ ਆਉਣਾ ਇਸ ਮਾਮਲੇ 'ਚ, ਨਾ ਮੈਂ ਇਹ ਜਿਹੇ ਕੰਮ ਕਰਨੇ। ਮੇਰੇ ਮਿੱਤਰ ਨੇ ਲੋਕ, ਮੈਂ ਇਹ ਨਹੀਂ ਚਾਹੁੰਦਾ ਕਿ ਕਿਸਾਨ ਅੰਦੋਲਨ ਸ਼ਾਂਤੀਮਈ ਰਹੇ ਔਰ ਠੀਕ ਚੱਲਦਾ ਰਹੇ। ਸਾਨੂੰ ਇਹਨਾਂ ਦੇ ਅੰਦੋਲਨ ਨਾਲ ਕੋਈ ਵਿਰੋਧ ਨਹੀਂ ਹੈ, ਪਰ ਸਾਨੂੰ ਇਹਨਾਂ ਕਿਉਂਕਿ ਲੋਕਤਾਂਤਰਿਕ ਤਰੀਕੇ ਨਾਲ ਇਹ ਕਰ ਰਹੇ ਆ। ਪਰ ਮੈਂ ਜਿਹੜੀਆਂ ਇਹ ਗੱਲਾਂ ਕਰਦੇ ਨੇ ਕਿ ਤੁਹਾਡੇ ਗਲ ਘੁੱਟ ਦੇਾਂਗੇ, ਤੁਹਾਨੂੰ ਪੰਜਾਬ 'ਚ ਨਹੀਂ ਵੜਨ ਦੇਾਂਗੇ, ਮੈਂ ਅਸੀਂ ਤਾਂ ਪੰਜਾਬ ਦੇ ਰਹਿਣ ਵਾਲੇ ਆ, ਅਸੀਂ ਕਿੱਥੇ ਜਾਣਾ, ਉੱਥੇ ਹੀ ਰੋਜੀ ਰੋਟੀ ਆ। ਤੇ ਇਸ ਕਰਕੇ ਇਦਾਂ ਦੀਆਂ ਗੱਲਾਂ ਕਰਨੀਆਂ। ਮੈਂ ਤੁਹਾਡੇ ਕੋਲ ਕਮੈਂਟ ਲੈਣਾ, ਮੈਂ ਇੱਕ ਕਿਸਾਨ ਬਲਵੰਤ ਜੀ ਤੋਂ ਰਿਐਕਸ਼ਨ ਲੈਣਾ। ਬਲਵੰਤ ਜੀ, ਹਾਂਜੀ, ਮੈਂ ਗਰੇਵਾਲ ਸਾਹਿਬ ਤੁਹਾਡੇ ਕੋਲ ਫਾਈਨਲ ਕਮੈਂਟ ਲਊਂਗਾ, ਸਮਾਂ ਆਪਣੇ ਕੋਲ ਤਕਰੀਬਨ ਖਤਮ ਹੋ ਚੱਲਿਆ। ਬਲਵੰਤ ਜੀ। ਹਾਂਜੀ ਜੀ ਇਹ ਕਹਿੰਦੇ ਸੀ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਮੈਂ ਸਬੂਤ ਦੇਵਾਂਗਾ। ਇਹਨਾਂ ਕੋਲ ਇੱਕ ਵੀ ਸਬੂਤ ਹੈਗਾ ਸਾਡੇ ਸਾਹਮਣੇ ਲਿਆਉਣ। ਅਸੀਂ ਤਾਂ ਪੱਥਰਾਂ ਤੇ ਸੌਣ ਵਾਲੇ ਕਿਸਾਨ ਹੈਗੇ ਆ। ਅਸੀਂ ਲੀਡਰ ਅੱਜ ਤੱਕ ਨਾ ਖਵਾਇਆ, ਨਾ ਅਸੀਂ ਲੀਡਰ ਹੈਗੇ ਆ। ਜਨਤਾ ਦੇ, ਕਿਸਾਨਾਂ ਦੇ ਅਸੀਂ ਸੇਵਾਦਾਰ ਆ, ਸੇਵਾ ਕਰਦੇ ਪਏ ਆ। ਜਿਹੜੇ ਲੀਡਰ ਨੇ ਉਹ ਤੁਹਾਡੇ ਸਾਹਮਣੇ ਬੰਗਲਿਆਂ ਵਿੱਚ ਰਹਿੰਦੇ ਨੇ। ਦੇਖੋ, ਪਹਿਲਾਂ ਜ਼ਕਰੀਆ ਖਾਨ ਔਰ ਪਹਿਲਾਂ ਅਹਿਮਦ ਸ਼ਾਹ ਅਬਦਾਲੀ, ਗਜਨੀ ਵਰਗੇ ਲੋਕ ਘੋੜਿਆਂ ਤੇ ਚੜ੍ਹ ਕੇ ਆਉਂਦੇ ਸੀ ਤੇ ਬੰਦੂਕ ਦੀ ਨੋਕ ਨਾਲ ਸਾਨੂੰ ਲੁੱਟ ਕੇ ਲੈ ਕੇ ਜਾਂਦੇ ਸੀ ਤੇ ਰਾਤ ਨੂੰ ਜੰਗਲਾਂ ਵਿੱਚ ਰਹਿੰਦੇ ਸੀ। ਇਹਨਾਂ ਨੇ ਰੂਪ ਬਦਲਿਆ ਹੋਇਆ। ਇਹ ਤੁਹਾਡੇ ਸਾਹਮਣੇ ਅੱਜ ਵੀ ਗਜਨੀ ਹੋਏ, ਅੱਜ ਵੀ ਅਹਿਮਦ ਸ਼ਾਹ ਅਬਦਾਲੀ ਹੋਈ, ਅੱਜ ਵੀ ਜ਼ਕਰੀਆ ਖਾਨ ਹੋਈ ਹੈ। ਵੱਡੀਆਂ ਮਹਿੰਗੀਆਂ ਕਾਰਾਂ ਤੇ ਚੜ੍ਹ ਕੇ ਆਉਂਦੇ ਨੇ ਔਰ ਪਿੰਡ ਦੀ ਨੋਕ ਨਾਲ ਇੱਕ ਦਫ਼ਤਰ ਵਿੱਚ ਬਹਿ ਕੇ ਕਿਸਾਨਾਂ ਨੂੰ ਲੁੱਟ ਕੇ ਦੁਬਾਰਾ ਫਿਰ ਬੰਗਲੇ ਵਿੱਚ ਜਾ ਕੇ ਬਹਿ ਜਾਂਦੇ ਨੇ। ਮੈਂ ਤਾਂ ਇਹ ਕਹਿਣਾ ਚਾਹਣਾ, ਜਿਹੜੇ ਅਸੀਂ ਲੋਕ ਬਿਠਾਏ ਨੇ ਉਹਨਾਂ ਦੀ ਜ਼ਿੰਮੇਵਾਰੀ ਸਾਡੀ ਹੈ, ਨਾ ਕਿ ਉਹਨਾਂ ਦੀ ਜ਼ਿੰਮੇਵਾਰੀ ਗਰੇਵਾਲ ਦੀ। ਬਲਵੰਤ ਜੀ, ਤੁਸੀਂ ਪੂਰੇ ਦਾਅਵੇ ਨਾਲ ਕਹਿੰਦੇ ਹੋ ਕਿ 40 ਜਥੇਬੰਦੀਆਂ ਚੋਂ ਕੋਈ ਨਹੀਂ ਜਾਂਦਾ ਹੋਟਲ 'ਚ ਸੌਣ, ਕੋਈ ਹੋਟਲ ਦਾ ਕਮਰਾ ਨਹੀਂ ਲੈਂਦਾ। ਉਹ 10,000 ਵਾਲੀ ਗੱਲ ਛੱਡ ਦਿਓ, ਕੋਈ 2, 4, 5,000 ਵਾਲਾ ਕਮਰਾ ਨਹੀਂ ਲੈਂਦਾ। ਮੈਡਮ ਜੀ ਸਾਬਤ ਕਰਨੇ ਕਹਿੰਦੇ ਅਸੀਂ ਲੈ ਕੇ ਆਏ ਸਾਰਾ ਕੁਝ ਨਾਲ ਤੁਹਾਨੂੰ ਦੇਵਾਂਗੇ। ਹੁਣ ਆਪਣੇ ਗੱਲ ਤੋਂ ਮੁੱਕਰਦੇ ਪਏ ਨੇ, ਕਿਉਂ ਭੱਜਦੇ ਪਏ ਨੇ? ਪਰ ਸਾਹਮਣੇ ਗੱਲ ਕਰਨ ਇੱਥੇ ਨਹੀਂ। ਦੇਖੋ, ਹੋਟਲ ਦੇ ਵਿੱਚ ਕਮਰਾ ਲੈ ਕੇ ਸੋਣਾ ਕੋਈ ਗਲਤ ਗੱਲ ਨਹੀਂ, ਇਹ ਤਾਂ ਦੇਖੋ ਤੁਸੀਂ ਵੀ ਮੰਨਦੇ ਹੋਵੋਗੇ ਨਾ, ਇਹ 'ਚ ਕੋਈ ਪ੍ਰੋਬਲਮ ਨਹੀਂ। ਗਰੇਵਾਲ ਸਾਹਿਬ, ਆਪਾਂ ਕਨਕਲੂਡ ਕਰਨਾ ਇਸ ਨੂੰ। ਦੇਖੋ, ਤੁਹਾਨੂੰ ਲੱਗ ਰਿਹਾ ਕਿ ਅਸੀਂ ਪਤਾ ਨਹੀਂ ਕਿਉਂ, ਪਰ ਲੋਕ ਬਹੁਤ ਸਾਰੇ ਚਾਹੁੰਦੇ ਨੇ ਕਿ ਠੀਕ ਹੈ ਜੋ ਵੀ ਹੈ ਨਾ ਸੱਚ ਸਾਹਮਣੇ ਆਵੇ। ਜੇਕਰ ਕੋਈ ਆਗੂ ਇਸ ਤਰੀਕੇ ਨਾਲ ਉਸ ਪੂਰੇ ਪੈਸੇ ਦਾ ਗਲਤ ਇਸਤੇਮਾਲ ਕਰ ਰਿਹਾ ਤਾਂ ਲੋਕਾਂ ਨੂੰ ਪਤਾ ਲੱਗੇ। ਡੈਮੋਕ੍ਰੇਸੀ ਚਾਹੀਦਾ ਹੁੰਦਾ ਨਾ ਕਿ ਹਰ ਚੀਜ਼ ਸਾਹਮਣੇ ਆਉਣੀ ਚਾਹੀਦੀ। ਉਹ ਗੱਲ ਸੁਣ ਲਓ। ਮੈਂ ਇਸ ਨੂੰ ਬੁਰਾ ਵੀ ਨਹੀਂ ਮੰਨਦਾ,
ਮੈਂ ਤਾਂ ਇਹਨਾਂ ਦੀ ਆਤਮਾ ਜਗਾਉਣੀ ਸੀ। ਬਾਕੀ ਤੁਹਾਨੂੰ ਮੈਂ ਦੱਸ ਦੂੰਗਾ, ਸਾਰਾ ਪ੍ਰੂਫ ਵੀ ਦੇ ਦੂੰਗਾ, ਤੁਸੀਂ ਆਪਣੀ ਤਸੱਲੀ ਕਰ ਲਿਓ। ਮੈਂ ਟੀਵੀ ਤੇ ਕੁਝ ਨਹੀਂ ਕਹਿਣਾ ਹੋਰ। ਮੇਰੇ ਵੀ ਬਹੁਤ ਸਾਰੇ ਮਿੱਤਰ ਨੇ, ਇਹ ਬਜ਼ੁਰਗ ਨਹੀਂ ਗਰੇਵਾਲ ਸਾਹਿਬ, ਮੈਨੂੰ ਨਹੀਂ ਚਾਹੀਦੇ ਨਾ ਸਬੂਤ। ਰਿਸਪੈਕਟ ਵੀ ਕਰਦਾ ਹਾਂ, ਐਸੀ ਗੱਲ ਗੌਰਵ ਸ਼ੁਕਲਾ ਨੂੰ ਸਬੂਤ ਥੋੜੀ ਚਾਹੀਦੇ ਨੇ ਸਰ, ਲੋਕਾਂ ਨੂੰ ਚਾਹੀਦੇ ਨੇ। ਮੈਂ ਤਾਂ ਕਹਿ ਰਿਹਾ ਤੁਸੀਂ ਕੱਲ ਨੂੰ 3 ਵਜੇ ਰੱਖ ਲਓ, ਕੱਲ ਨੂੰ ਤੁਸੀਂ ਐਤਵਾਰ 3 ਵਜੇ ਦਾ ਰੱਖ ਲਓ ਸਰ। ਮੈਂ ਕਿਸੇ ਹੋਰ ਨੂੰ ਨਹੀਂ ਬੁਲਾਉਂਦਾ ਗੈਸਟ, ਸਿਰਫ ਤੁਹਾਨੂੰ ਬੁਲਾਉਂਗਾ। ਤੁਸੀਂ ਬਿਲਕੁਲ ਟੀਵੀ ਤੇ ਆ ਕੇ ਦਿਖਾ ਦਿਓ, ਤੁਹਾਨੂੰ ਮੈਂ ਲਾਈਵ ਜੋੜੂੰਗਾ। ਰੱਖੋ ਸਰ ਐਤਵਾਰ ਦੁਪਹਿਰੇ 3 ਵਜੇ ਦਾ, 4 ਵਜੇ ਦਾ, 2 ਵਜੇ ਦਾ, 1 ਵਜੇ ਦਾ, ਤੁਹਾਡੇ ਕੋਲ ਟਾਈਮ ਹੈ। ਮੇਰੇ ਨਾਲ ਫालतू ਗੱਲ ਬੰਦ ਕਰੋ। ਮੈਂ ਤੁਹਾਨੂੰ ਪ੍ਰੂਫ ਦੇ ਦੂੰਗਾ, ਤੁਸੀਂ ਉਹ ਪਬਲਿਕ ਕਰਨ ਲਈ ਨਹੀਂ ਦਊਂਗਾ। ਤੁਸੀਂ ਆਪਦੀ ਤਸੱਲੀ ਕਰ ਲਿਓ, ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਗਲਤ ਕਹੋ। ਤੇ ਇਸ ਕਰਕੇ ਬਾਕੀ ਮੈਂ ਇਹ ਪਬਲਿਕ ਨਹੀਂ ਕਰਨੇ ਹੈਗੇ। ਮੈਨੂੰ ਕੋਈ ਇਹਨਾਂ ਦੇ ਅੰਦੋਲਨ ਨਾਲ, ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੈਂ ਤਾਂ ਇਹ ਕਹਿਣਾ ਕਿ ਭਾਈ ਤੁਸੀਂ ਇਸ ਗੱਲ ਨੂੰ ਖਤਮ ਕਰ ਦਿਓ ਤੇ ਤੁਸੀਂ ਉਹਨਾਂ ਨੂੰ ਘਰਾਂ ਨੂੰ ਭੇਜੋ। ਜਿਹੜੇ ਬੱਚੇ, ਮਹਿਲਾਵਾਂ, ਬਜ਼ੁਰਗ ਨੇ, ਤੁਹਾਡੀਆਂ ਸਾਰੀਆਂ ਗੱਲਾਂ ਮੰਨਣ ਨੂੰ ਸਰਕਾਰ ਤਿਆਰ ਆ। ਤੁਸੀਂ ਕਿਉਂ ਇਹਨੂੰ ਲੰਬਾ ਕਰਦੇ ਜਾ ਰਹੇ ਹੋ? ਕਿਉਂ ਇਸ ਤਰ੍ਹਾਂ ਦੀ ਕੜਵਾਹਟ ਫੈਲਾਉਂਦੇ ਹੋ? ਕਿਉਂ ਇਹ ਕਹਿੰਦੇ ਹੋ, ਹੁਣ ਤੁਹਾਡੇ ਸਾਹਮਣੇ ਹੀ ਕਹਿ ਰਹੇ ਸੀ ਤੈਨੂੰ ਪੰਜਾਬ 'ਚ ਨਹੀਂ ਵੰਡ ਦੇਣਾ, ਪਿੰਡਾਂ 'ਚ ਨਹੀਂ ਵੰਡ ਦੇਣਾ। ਇਹ ਕੋਈ ਕਿਸੇ ਆਦਮੀ ਨੂੰ ਕੋਈ ਰੋਕ ਸਕਦਾ? ਡੈਮੋਕ੍ਰੇਸੀ ਆ ਜਾਂ ਡਿਕਟੇਟਰਸ਼ਿਪ ਆ ਕੋਈ? ਬਈ ਅੱਜ ਤੁਹਾਡੇ ਹੱਥ ਡਿਕਟੇਟਰਸ਼ਿਪ ਆ ਗਈ ਜਾਂ ਕੋਈ ਗੁੰਡਾ ਗਰੋਹ ਆ ਗਿਆ? ਬਈ ਕਿਸਾਨ ਨੇ ਸ਼ਾਂਤੀਮਈ ਅੰਦੋਲਨ ਕਰਦੇ ਉਹਨਾਂ ਨੂੰ ਕਰਨ ਪੁਆਇੰਟ ਹੈ ਕਿ ਜੇਕਰ ਕੋਈ ਪੰਜਾਬ ਆ ਰਿਹਾ ਹੈ ਤਾਂ ਰੋਕਿਆ ਤਾਂ ਨਹੀਂ ਜਾ ਸਕਦਾ। ਹੁਣ ਮੈਂ ਕੱਲ ਨੂੰ ਕੰਨਿਆ ਕੁਮਾਰੀ ਚਲਾ ਜਾਵਾਂ ਤਾਂ ਕੋਈ ਕਹੇ ਕਿ ਰੋਕਾਂਗੇ ਤਾਂ ਨਹੀਂ ਰੋਕ ਸਕਦਾ ਨਾ। ਹਿੰਦੁਸਤਾਨ ਹੈ, ਬਿਨਾਂ ਵੀਜ਼ਾ ਅਸੀਂ ਜਿੱਥੇ ਮਰਜ਼ੀ ਘੁੰਮੀਏ, ਲੋਕਤੰਤਰਿਕ ਹੱਕ ਹੈ ਸਾਡਾ। ਪਰ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲ ਆ ਜਾਏਗੇ। ਸਰ ਮੈਨੂੰ ਭੇਜਣ ਦਾ ਤਾਂ ਕੋਈ ਫਾਇਦਾ ਨਹੀਂ। ਲੱਖਾਂ ਲੋਕ ਦੇਖ ਰਹੇ ਨੇ ਇਸ ਸਮੇਂ। ਮੈਂ ਕਿਹਨੂੰ ਮੈਸੇਜ ਪਰਸਨਲ ਕਰੂੰਗਾ ਕਿ ਆ ਦੇਖੋ ਭੇਜ ਦਿੱਤੇ ਸਬੂਤ। ਤਾਂ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਉਸ ਨੂੰ ਪਬਲਿਕਲੀ ਕਰੋ। ਨਹੀਂ, ਮੈਨੂੰ ਭੇਜਣ ਦਾ ਤਾਂ ਕੋਈ ਫਾਇਦਾ ਨਹੀਂ। ਤੁਸੀਂ ਸਮਝੋ ਗੱਲ ਨੂੰ। ਬਲਵੰਤ ਜੀ ਕੁਝ ਕਹਿਣਾ ਚਾਹ ਰਹੇ ਨੇ, ਆਪਾਂ ਕੰਕਲੂਡ ਕਰੀਏ ਡਿਬੇਟ ਨੂੰ, ਸਾਡੇ ਕੋਲ ਸਮਾਂ ਖਤਮ ਹੋ ਗਿਆ ਜੀ। ਬਲਵੰਤ ਜੀ। ਜੀ ਦੇਖੋ, ਗਰੇਵਾਲ ਤੋਂ ਸਬੂਤ ਪੇਸ਼ ਨਹੀਂ ਹੋ ਸਕੇ। ਮੈਂ ਸ਼ੁਰੂਆਤ ਚ ਗੌਰਵ ਜੀ ਇਹ ਗੱਲ ਕਹੀ ਸੀ ਵੀ ਗਰੇਵਾਲ ਸਾਰੇ ਝੂਠ ਮਾਰਦਾ। ਇਹ ਕਹਿੰਦਾ ਸੀ ਕਿ ਲੋਕਤੰਤਰ ਰਾਜ ਹੈ ਵੀ ਕਿਤੋਂ ਕੋਈ ਰੋਕ ਨਹੀਂ ਸਕਦਾ। ਅਸੀਂ ਗੱਲ ਰੋਕਣ ਦੀ, ਮੇਰੀ ਇੱਕ ਵੀ ਵੀਡੀਓ ਕੱਢ ਦਿਓ, ਅਸੀਂ ਰੋਕਣ ਦੀ ਗੱਲ ਕੀਤੀ ਨਹੀਂ, ਨਾ ਕਰਾਂਗੇ। ਅਸੀਂ ਪੱਥਰਾਂ ਤੇ ਸੌਂਦੇ ਆ। ਅੱਜ ਵੀ ਆਣ ਕੇ ਸਵੇਰੇ ਤੁਸੀਂ ਖੁਦ ਗੌਰਵ ਜੀ ਆਣ ਕੇ ਦੇਖ ਲਓ ਵੀ ਸਾਡਾ ਟਿਕਾਣਾ ਕਿੱਥੇ ਆ। ਅਸੀਂ ਟਰੱਕ ਸੌਂਦੇ ਆ ਔਰ ਸਾਹਮਣੇ ਸਮਾਂ ਖਤਮ ਹੋ ਚੱਲਿਆ ਸਾਡਾ ਤਿਆਰ। ਜੇ ਗਰੇਵਾਲ ਸਾਹਿਬ ਆਉਂਦੇ ਨੇ ਤਾਂ ਕੱਲਾ ਵਿਰੋਧ ਹੋਏਗਾ ਨਾ, ਇਹ ਤੁਸੀਂ ਦੇ ਸਕਦੇ ਹੋ ਗਰੰਟੀ। ਵਿਰੋਧ ਤੁਸੀਂ ਕਾਲੀਆਂ ਝੰਡੀਆਂ ਦਿਖਾ ਰਹੇ ਹੋ ਜਾਂ ਹੋਰ ਕਰ ਰਹੇ ਹੋ, ਵਿਰੋਧ ਇੱਕ ਅਲੱਗ ਚੀਜ਼ ਹੁੰਦੀ ਹੈ। ਬਿਲਕੁਲ ਕਾਲੀਆਂ ਝੰਡੀਆਂ ਵਿਖਾ ਬਾਕੀ ਕੋਈ ਦਿੱਕਤ ਨਹੀਂ ਹੋਏਗੀ, ਇਹ ਤੁਹਾਡੀ ਗਾਰੰਟੀ। ਡੈਮੋਕ੍ਰੇਸੀ ਇਹ ਕਿਸਾਨ ਜਥੇਬੰਦੀਆਂ ਗਾਰੰਟੀ ਲੈਂਦੀਆਂ ਨੇ ਕਿ ਬਾਕੀ ਕੋਈ ਦਿੱਕਤ ਨਹੀਂ ਹੋਏਗੀ, ਜਿੱਥੇ ਮਰਜ਼ੀ ਜਾਵੇ। ਬਿਲਕੁਲ ਬਾਕੀ ਸਾਨੂੰ ਕੋਈ ਦਿੱਕਤ ਨਹੀਂ, ਜਿੱਥੇ ਕੋਈ ਮਰਜ਼ੀ ਤੁਰਿਆ ਫਿਰੇ। ਬਹੁਤ ਸਾਰੇ ਲੀਡਰ ਤੁਰੇ ਫਿਰਦੇ ਨੇ। ਜਦੋਂ ਸਾਡੇ ਵਲੰਟੀਅਰ ਨੂੰ ਪਤਾ ਲੱਗਿਆ ਗਰੇਵਾਲ ਇੱਥੇ ਆਇਆ ਹੋਇਆ, ਕਾਲੀਆਂ ਝੰਡੀਆਂ ਲੈ ਕੇ ਅਸੀਂ ਵਿਰੋਧ ਕਰਾਂਗੇ ਪੱਕਾ ਜੀ। ਔਰ ਬਾਕੀ ਚਲੋ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਬਲਵੰਤ ਜੀ ਤੁਹਾਡਾ ਵੀ ਤੇ ਗਰੇਵਾਲ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਸਾਡੀ ਜਿੱਤਾਂਗੇ ਜੀ, ਸਾਡੀ ਕੋਸ਼ਿਸ਼ ਇਹ ਹੈ ਹਟਾਂਗੇ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦਾ। ਗੌਰਵ ਜੀ ਬਹੁਤ ਲਗਾਤਾਰ ਉਹੀ ਜ਼ਿਕਰ ਹੋ ਰਿਹਾ ਕਿ ਇੱਕ ਡੈਡਲੌਕ ਜਿਹੜਾ ਬਣਿਆ ਹੋਇਆ ਹੈ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ। ਕਿਸਾਨ ਕਹਿ ਰਹੇ ਨੇ ਕਿ ਕਾਨੂੰਨ ਰੱਦ ਕਰੋ, ਸਰਕਾਰ ਕਹਿ ਰਹੀ ਹੈ ਕਿਸਾਨਾਂ ਦੀ ਮੰਗ ਜਿਹੜੀ ਹੈਗੀ ਅਸੀਂ ਮੰਨਣ ਨੂੰ ਤਿਆਰ ਹਾਂ ਪਰ ਕਾਨੂੰਨ ਰੱਦ ਨਹੀਂ ਹੋਣਗੇ। ਖੈਰ ਇਹ ਰੇੜਕਾ ਕਿਵੇਂ ਖਤਮ ਹੋਏਗਾ ਇੱਕ ਵੱਡਾ ਸਵਾਲ ਹੈ। ਸਾਡੀ ਕੋਸ਼ਿਸ਼ ਇਹ ਹੈ, ਨਿਊਜ਼ 18 ਪੰਜਾਬ ਕੋਸ਼ਿਸ਼ ਕਰ ਰਿਹਾ ਹੈ ਕਿ ਜੋ ਇਸ ਸਮੇਂ ਦਿੱਕਤ ਆ ਰਹੀ ਹੈ, ਜੋ ਬਿਆਨਬਾਜ਼ੀ ਹੋ ਰਹੀ ਹੈ, ਅਸੀਂ ਇੱਕ ਪਲੇਟਫਾਰਮ ਦੇ ਉੱਤੇ ਲੈ ਕੇ ਆਈਏ। ਕਈ ਵਾਰ ਕੀ ਹੁੰਦਾ ਹੈ ਕਿ ਜਿਸ ਮੀਟਿੰਗ ਦੇ ਵਿੱਚ ਹੱਲ ਨਿਕਲਣ ਦੀ ਉਮੀਦ ਹੈ ਉੱਥੇ ਨਹੀਂ ਨਿਕਲਦੀ, ਪਰ ਕਿਸੇ ਦੂਜੀ ਸਟੇਜ ਦੇ ਉੱਤੇ ਜਾ ਕੇ ਕੋਈ ਪ੍ਰਪੋਜ਼ਲ ਜਾਂ ਕੋਈ ਅਜਿਹਾ ਪੁਆਇੰਟ ਸਾਹਮਣੇ ਆਉਂਦਾ ਹੈ ਕਿ ਮਸਲਾ ਹੱਲ ਦੇ ਵੱਲ ਵੱਧ ਜਾਵੇ। ਜੇ ਨਿਊਜ਼ 18 ਪੰਜਾਬ ਦੀ ਉਹ ਸਟੇਜ ਦੇ ਉੱਤੇ, ਇਸ ਪਲੇਟਫਾਰਮ ਦੇ ਉੱਤੇ ਆ ਕੇ ਕੋਈ ਅਜਿਹਾ ਪ੍ਰਪੋਜ਼ਲ ਆਉਂਦਾ ਹੈ ਜਾਂ ਕੋਈ ਹੱਲ ਦੇ ਵੱਲ ਵੱਧਦਾ ਹੈ ਤੇ ਸਾਡੇ ਲਈ ਵੀ ਮਾਣ ਵਾਲੀ ਗੱਲ ਹੋਏਗੀ, ਤਾਂ ਕਿ ਲੋਕ ਆਪਣੇ ਘਰਾਂ ਨੂੰ ਪਰਤਣ, ਇਹ ਪੂਰਾ ਰੇੜਕਾ ਖਤਮ ਹੋਵੇ। ਸਾਡੀ ਕੋਸ਼ਿਸ਼ ਅੱਗੇ ਵੀ ਜਾਰੀ ਰਹੇਗੀ ਕਿ ਜੋ ਵੀ ਇਸ ਸਮੇਂ ਹੋ ਰਿਹਾ ਹੈ, ਜਿਸ ਤਰੀਕੇ ਨਾਲ ਵੀ ਆ, ਅਸੀਂ ਸਿੱਧਾ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਈਏ। ਫਿਲਹਾਲ ਇਸ ਪੇਸ਼ਕਸ਼ 'ਚ ਨਹੀਂ, ਇਜਾਜ਼ਤ ਦਿਓ, ਧੰਨਵਾਦ।